ਉਪਦੇਸ਼ਕ ਦੀ ਪੁਸਤਕ ਦੀ ਭੂਮਿਕਾ। ਉਪਦੇਸ਼ਕ ਲਫ਼ਜ਼ ਦਾ ਤਰਜਮਾ ਇਬਰਾਨੀ ਭਾਸ਼ਾ ਦੇ ਸ਼ਬਦ ਕੋਹਲੈਸ ਤੋਂ ਕੀਤਾ ਗਿਆ ਹੈ, ਜਿਸ ਦਾ ਮਤਲਬ ਹੈ ਔਥਰ ਜਾਂ ਉਪਦੇਸ਼ਕ ਜਾਂ ਲੇਖਕ। ਇਸ ਕਿਤਾਬ ਵਿੱਚ ਲੇਖਕ ਨੇ ਆਪਣੇ ਜੀਵਨ ਦੇ ਹਰ ਚੰਗੇ ਮਾੜੇ ਤਜਰਬਿਆਂ ਦਾ ਵਿਸਥਾਰਪੂਰਵਕ ਵਰਣਨ ਕੀਤਾ ਹੈ। ਇਹਨਾਂ ਤਜਰਬਿਆਂ ਦਾ ਸੰਬੰਧ ਹਰ ਮਨੁੱਖ ਦੇ ਹਰ ਪੱਖ ਨਾਲ ਜੁੜਿਆ ਹੋਇਆ ਹੈ। ਇਸ ਕਿਤਾਬ ਵਿੱਚ ਬਹੁਤ ਸਾਰੇ ਵਿਰੋਧੀ ਪੱਖਾਂ ਦਾ ਵੀ ਜ਼ਿਕਰ ਹੈ। ਕਈ ਤਰ੍ਹਾਂ ਦੇ ਅਨਿਆਂ, ਬਹੁਤ ਸਾਰੀਆਂ ਮਾਯੂਸੀਆਂ ਦਾ ਬਿਆਨ ਕਰਦੇ ਹਨ। ਪਰ ਸਭ ਕੁਝ ਲਿਖਣ ਤੇ ਉਪਦੇਸ਼ਕ ਨੇ ਇਸ ਧਰਤੀ ਉਤਲੇ ਮਨੁੱਖੀ ਜੀਵਨ ਨੂੰ ਵਿਅਰਥ ਜੀਵਨ ਕਰਾਰ ਦਿੱਤਾ ਹੈ। ਇਸ ਕਿਤਾਬ ਵਿੱਚ ਉਸ ਨੇ ਲੋਕਾਂ ਨੂੰ ਬਹੁਤ ਮਨਭਾਉਂਦੀਆਂ ਤੇ ਲਾਭਦਾਇਕ ਸਲਾਹਾਂ ਵੀ ਦਿੱਤੀਆਂ ਹਨ, ਜਿਨ੍ਹਾਂ ਨਾਲ ਉਹ ਇਸ ਵਿਅਰਥ ਜੀਵਨ ਨੂੰ ਸੰਵਾਰ ਕੇ ਆਨੰਦ ਤੇ ਖੁਸ਼ਹਾਲ ਜੀਵਨ ਵੀ ਗੁਜ਼ਾਰ ਸਕਦੇ ਹਨ। ਮਾੜੀਆਂ ਗੱਲਾਂ, ਮਾੜੀਆਂ ਸੋਚਾਂ ਜਾਂ ਫਿਰ ਮਾੜੇ ਕੰਮਾਂ ਵੱਲੋਂ ਮੂੰਹ ਮੋੜ ਕੇ ਤੇ ਦਿਲ ਲਾ ਕੇ ਮਿਹਨਤ ਕਰਨ ਦੁਆਰਾ ਪਰਮੇਸ਼ਰ ਦੀਆਂ ਦਿੱਤੀਆਂ ਦਾਤਾਂ ਨੂੰ ਮਾਣ ਸਕਦੇ ਨੇ। ਉਪਦੇਸ਼ਕ ਦੀ ਲਿਖੀ ਇਸ ਕਿਤਾਬ ਵਿੱਚ ਬਹੁਤ ਸਾਰੇ ਦਿਲ ਢਾਊ ਵਿਚਾਰ ਵੀ ਨਜ਼ਰ ਆਉਂਦੇ ਹਨ, ਪਰ ਫਿਰ ਵੀ ਮਨੁੱਖ ਪਰਮੇਸ਼ਰ ਦੇ ਪਵਿੱਤਰ ਵਚਨ ਵਿੱਚ ਵਿਸ਼ਵਾਸ ਕਰਨ ਦੁਆਰਾ ਹਾਲਾਤਾਂ ਤੇ ਕਾਬੂ ਪਾ ਸਕਦਾ ਹੈ, ਕਿਉਂਕਿ ਪਰਮੇਸ਼ਰ ਦਾ ਵਚਨ ਮਦਦ ਕਰਨ ਦੇ ਲਈ ਪੂਰਨ ਭਰੋਸੇਯੋਗ ਹੈ। ਉਪਦੇਸ਼ਕ ਦੀ ਇਹ ਪੋਥੀ ਆਪਣੇ ਆਪ ਵਿੱਚ ਇੱਕ ਸ਼ੀਸ਼ੇ ਦੀ ਤਰ੍ਹਾਂ ਹੈ, ਜਿਸ ਨੂੰ ਪੜ੍ਹਨ ਵਾਲਾ ਕੋਈ ਵੀ ਇਨਸਾਨ ਪਰਮੇਸ਼ਰ ਦੀ ਆਗਿਆ ਅਨੁਸਾਰ ਚੱਲ ਕੇ ਆਪਣੇ ਖਿਲਰੇ ਜੀਵਨ ਨੂੰ ਬਣਾ, ਸੰਭਾਲ ਤੇ ਸੰਵਾਰ ਸਕਦਾ ਹੈ, ਕਿਉਂਕਿ ਪਰਮੇਸ਼ਰ ਦਾ ਵਚਨ ਮਨੁੱਖ ਨੂੰ ਇੱਕ ਆਸ ਦੇ ਕੇ ਜੀਵਨ ਦੇ ਮਤਲਬ ਦਾ ਸਹੀ ਅਰਥ ਤੇ ਸਹੀ ਸੇਧ ਦਿੰਦਾ ਹੈ। ਇਹ ਇੱਕ ਸੱਚਾਈ ਹੈ। ਆਮੀਨ। ਉਪਦੇਸ਼ਕ ਦੀ ਪੋਥੀ, ਅਧਿਆਇ ਪਹਿਲਾ। ਸਭ ਕੁਝ ਵਿਅਰਥ ਹੈ। ਯਰੂਸ਼ਲਮ ਦੇ ਰਾਜਾ ਦਾਊਦ ਦੇ ਪੁੱਤਰ, ਜੋ ਇੱਕ ਉਪਦੇਸ਼ਕ ਸੀ, ਦੇ ਇਹ ਵਚਨ ਹਨ। ਵਿਅਰਥ, ਹਾਂ ਵਿਅਰਥ, ਹਾਂ ਸਭ ਕੁਝ ਵਿਅਰਥ ਹੈ। ਮਨੁੱਖ ਧਰਤੀ ਤੇ ਬੇਅੰਤ ਮਿਹਨਤ ਕਰਦਾ ਹੈ, ਪਰ ਉਸ ਨੂੰ ਕੀ ਮਿਲਦਾ ਹੈ? ਇੱਕ ਪੀੜ੍ਹੀ ਜਾਂਦੀ ਤੇ ਦੂਜੀ ਆਉਂਦੀ ਹੈ, ਪਰ ਇਹ ਧਰਤੀ ਸਦਾ ਅਟੱਲ ਹੈ। ਸੂਰਜ ਚੜ੍ਹਦਾ ਤੇ ਡੁੱਬਦਾ ਹੈ। ਉਹ ਵਾਪਸ ਜਿੱਥੋਂ ਚੜ੍ਹਦਾ ਹੈ ਦੁਆਰਾ ਚੜ੍ਹਨ ਲਈ ਉੱਥੇ ਜਾਂਦਾ ਹੈ। ਹਵਾ ਦੱਖਣ ਨੂੰ ਜਾਂਦੀ ਹੈ, ਉਹ ਉੱਤਰ ਨੂੰ ਜਾਂਦੀ ਹੈ। ਉਹ ਫੇਰੇ ਲਾਉਂਦੀ ਹੋਈ ਚੱਕਰ ਤੇ ਚੱਕਰ ਲਾਉਂਦੀ ਹੈ। ਸਭ ਦਰਿਆ ਸਾਗਰ ਵਿੱਚ ਜਾ ਪੈਂਦੇ ਹਨ, ਪਰ ਉਹ ਫਿਰ ਵੀ ਨਹੀਂ ਭਰਦਾ। ਸਭ ਦਰਿਆ ਉਸੇ ਥਾਂ ਉੱਤੇ ਮੁੜ ਜਾਂਦੇ ਨੇ ਜਿੱਥੋਂ ਉਹ ਸ਼ੁਰੂ ਹੁੰਦੇ ਨੇ। ਹਰ ਕੰਮ ਇੰਨਾ ਥਕੇਵੇਂ ਨਾਲ ਭਰਪੂਰ ਹੈ, ਉਸਦਾ ਸ਼ਬਦਾਂ ਵਿੱਚ ਬਿਆਨ ਕਰਨਾ ਕਠਿਨ ਹੈ। ਅੱਖਾਂ ਇੰਨਾ ਦੇਖਦੀਆਂ ਹਨ, ਪਰ ਉਹਨਾਂ ਨੂੰ ਫਿਰ ਵੀ ਸੰਤੋਖ ਨਹੀਂ ਮਿਲਦਾ। ਕੰਨ ਇੰਨਾ ਸੁਣਦੇ ਹਨ, ਪਰ ਉਹਨਾਂ ਨੂੰ ਫਿਰ ਵੀ ਚੈਨ ਨਹੀਂ ਮਿਲਦਾ। ਜੋ ਪਹਿਲਾਂ ਵਾਪਰਿਆ ਹੈ ਉਹ ਫਿਰ ਵਾਪਰੇਗਾ। ਜੋ ਪਹਿਲਾਂ ਕੀਤਾ ਗਿਆ ਹੈ ਉਹ ਫਿਰ ਕੀਤਾ ਜਾਵੇਗਾ। ਇਸ ਸੰਸਾਰ ਵਿੱਚ ਕੁਝ ਵੀ ਤਾਂ ਨਵਾਂ ਨਹੀਂ ਹੈ। ਉਹ ਕਹਿੰਦੇ ਨੇ, ਦੇਖੋ ਇਹ ਨਵਾਂ ਹੈ, ਪਰ ਨਹੀਂ, ਇਹ ਤਾਂ ਉਹ ਹੈ ਜੋ ਸਦੀਆਂ ਪਹਿਲਾਂ ਸੀ। ਪ੍ਰਾਚੀਨ ਕਾਲ ਦੀਆਂ ਚੀਜ਼ਾਂ ਨੂੰ ਕੋਈ ਵਰਤਮਾਨ ਵਿੱਚ ਯਾਦ ਨਹੀਂ ਕਰਦਾ, ਨਾ ਹੀ ਹੁਣ ਹੋਣ ਵਾਲੀਆਂ ਚੀਜ਼ਾਂ ਨੂੰ ਅੱਗੇ ਆਉਣ ਵਾਲੇ ਲੋਕ ਯਾਦ ਕਰਨਗੇ। ਉਪਦੇਸ਼ਕ ਦਾ ਅਨੁਭਵ। ਮੈਂ ਉਪਦੇਸ਼ਕ ਇਜ਼ਰਾਈਲ ਦਾ ਰਾਜਾ ਯਰੂਸ਼ਲਮ ਸ਼ਹਿਰ ਵਿੱਚ ਰਹਿੰਦਾ ਸਾਂ। ਮੈਂ ਇਹ ਪੱਕਾ ਇਰਾਦਾ ਕੀਤਾ ਸੀ ਕਿ ਮੈਂ ਆਪਣੀ ਬੁੱਧ ਦੀ ਵਰਤੋਂ ਕਰਕੇ ਇਸ ਸੰਸਾਰ ਵਿੱਚ ਹੋਣ ਵਾਲੀ ਹਰ ਗੱਲ ਦੀ ਪੂਰੀ ਖੋਜ ਕਰਕੇ ਉਸ ਦਾ ਅਧਿਐਨ ਕਰਾਂਗਾ। ਸੱਚਮੁੱਚ ਪਰਮੇਸ਼ਰ ਨੇ ਮਨੁੱਖ ਉੱਤੇ ਮਿਹਨਤ ਦਾ ਇੱਕ ਵੱਡਾ ਭਾਰ ਰੱਖਿਆ ਹੈ। ਮੈਂ ਸੰਸਾਰ ਵਿੱਚ ਹਰ ਚੀਜ਼ ਨੂੰ ਦੇਖਿਆ ਅਤੇ ਮੇਰਾ ਨਿਚੋੜ ਇਹ ਹੈ ਕਿ ਇਹ ਸਭ ਕੁਝ ਵਿਅਰਥ ਅਤੇ ਇਹ ਸਭ ਹਵਾ ਦੇ ਫੱਕਣ ਵਾਂਗ ਹੈ। ਅਸਲ ਗੱਲ ਤਾਂ ਇਹ ਹੈ, ਜੋ ਵਿੰਗਾ ਉਹ ਸਿੱਧਾ ਨਹੀਂ ਕੀਤਾ ਜਾ ਸਕਦਾ, ਜੋ ਨਹੀਂ ਹੈ ਉਸ ਦੀ ਗਿਣਤੀ ਨਹੀਂ ਹੋ ਸਕਦੀ। ਮੈਂ ਆਪਣੇ ਆਪ ਨੂੰ ਕਿਹਾ, ਮੈਂ ਯਰੂਸ਼ਲਮ ਵਿੱਚ ਪਹਿਲਾਂ ਰਾਜ ਕਰਨ ਵਾਲਿਆਂ ਸਭ ਰਾਜਿਆਂ ਤੋਂ ਅਧਿਕ ਬੁੱਧੀਮਾਨ ਹਾਂ। ਮੈਂ ਬੁੱਧ ਤੇ ਗਿਆਨ ਦੀਆਂ ਸਭ ਗੱਲਾਂ ਜਾਣਦਾ ਹਾਂ। ਮੈਂ ਬੁੱਧ ਤੇ ਮੂਰਖਤਾ ਦਾ ਭੇਦ ਸਮਝਣ ਦੀ ਕੋਸ਼ਿਸ਼ ਕੀਤੀ, ਪਰ ਮੇਰੀ ਇਹ ਕੋਸ਼ਿਸ਼ ਵੀ ਹਵਾ ਨੂੰ ਫੜਨ ਵਾਂਗ ਵਿਅਰਥ ਰਹੀ।
ਸੋ ਅਧਿਕ ਬੁੱਧੀਮਾਨ ਹੋਣ ਦਾ ਅਰਥ ਹੈ ਅਧਿਕ ਚਿੰਤਾਵਾਂ ਵਿੱਚ ਘਿਰਨਾ, ਅਤੇ ਅਧਿਕ ਜਾਣਕਾਰੀ ਦਾ ਅਰਥ ਹੈ ਅਧਿਕ ਦੁੱਖ ਵਿੱਚ ਫਸਣਾ। ਉਪਦੇਸ਼ਕ ਦੀ ਪੋਥੀ ਅਧਿਆਇ 2। ਮੈਂ ਆਪਣੇ ਆਪ ਨੂੰ ਕਿਹਾ, ਤੂੰ ਮਜ਼ੇ ਕਰ ਅਤੇ ਇਸ ਜੀਵਨ ਦਾ ਆਨੰਦ ਮਾਣ। ਪਰ ਇਹ ਵੀ ਵਿਅਰਥ ਨਿਕਲਿਆ। ਮੈਂ ਦੇਖਿਆ ਕਿ ਹੱਸਣਾ ਕੇਵਲ ਮੂਰਖਤਾ ਹੈ ਅਤੇ ਆਨੰਦ ਦਾ ਲਾਭ ਨਹੀਂ ਹੈ। ਬੁੱਧੀ ਦਾ ਸਹਾਰਾ ਲੈਂਦੇ ਹੋਏ ਮੈਂ ਸੋਚਿਆ, ਸ਼ਾਇਦ ਮੈਂ ਨਸ਼ਾ ਕਰਕੇ ਆਪਣੇ ਆਪ ਨੂੰ ਖੁਸ਼ ਰੱਖਦਾ ਹਾਂ। ਮੈਂ ਵਿਚਾਰ ਕੀਤਾ ਕਿ ਇਹ ਰਸਤਾ ਸ਼ਾਇਦ ਇਸ ਛੋਟੇ ਜੀਵਨ ਨੂੰ ਗੁਜ਼ਾਰਨ ਲਈ ਸਭ ਤੋਂ ਚੰਗਾ ਹੈ। ਮੈਂ ਬਹੁਤ ਵੱਡੇ ਵੱਡੇ ਕੰਮ ਕੀਤੇ। ਮੈਂ ਆਪਣੇ ਲਈ ਮਹਿਲ ਬਣਾਏ ਅਤੇ ਅੰਗੂਰੀ ਬਗੀਚੇ ਵੀ ਲਾਏ। ਮੈਂ ਕਈ ਤਰ੍ਹਾਂ ਦੇ ਫਲਾਂ ਵਾਲੇ ਰੁੱਖਾਂ ਦੇ ਬਾਗ ਬਗੀਚੇ ਲਾਏ। ਮੈਂ ਬਾਗਾਂ ਤੇ ਬਗੀਚਿਆਂ ਨੂੰ ਪਾਣੀ ਦੇਣ ਦੇ ਲਈ ਕਈ ਖੂਹ ਤੇ ਤਲਾਬ ਪੁੱਟੇ। ਮੈਂ ਆਪਣੇ ਲਈ ਕਈ ਗੁਲਾਮ ਖਰੀਦੇ ਅਤੇ ਬਹੁਤ ਸਾਰੇ ਗੁਲਾਮਾਂ ਨੇ ਮੇਰੇ ਆਪਣੇ ਘਰ ਹੀ ਜਨਮ ਲਿਆ। ਮੇਰੇ ਕੋਲ ਅਣਗਿਣਤ ਮਾਲ ਡੰਗਰ ਸੀ। ਇੰਨਾ ਯਰੂਸ਼ਲਮ ਦੇ ਕਿਸੇ ਰਹਿਣ ਵਾਲੇ ਕੋਲ ਕਦੀ ਵੀ ਪਹਿਲਾਂ ਨਹੀਂ ਹੋਇਆ ਸੀ। ਮੈਂ ਆਪਣੇ ਕੋਲ ਆਪਣੇ ਸਾਰੇ ਸਾਮਰਾਜ ਦੇ ਖਜ਼ਾਨਿਆਂ ਦਾ ਸੋਨਾ ਚਾਂਦੀ ਇਕੱਠਾ ਕਰ ਲਿਆ। ਮੈਂ ਔਰਤਾਂ ਤੇ ਆਦਮੀ ਰੱਖੇ ਜੋ ਮੇਰੇ ਆਨੰਦ ਲਈ ਗਾਉਂਦੇ ਅਤੇ ਵਜਾਉਂਦੇ ਸਨ। ਮੈਂ ਆਪਣਾ ਦਿਲ ਬਹਿਲਾਵੇ ਲਈ ਕਈ ਰਖੇਲਾਂ ਵੀ ਰੱਖੀਆਂ। ਇਸ ਤਰ੍ਹਾਂ ਆਪਣੇ ਤੋਂ ਪਹਿਲਾਂ ਹੋਏ ਯਰੂਸ਼ਲਮ ਦੇ ਲੋਕਾਂ ਤੋਂ ਮਹਾਨ ਹੋ ਗਿਆ। ਮੇਰੀ ਬੁੱਧ ਮੇਰੇ ਹਰ ਕੰਮ ਵਿੱਚ ਸਾਥ ਦਿੰਦੀ ਸੀ। ਜੋ ਮੇਰੀਆਂ ਅੱਖਾਂ ਨੂੰ ਚੰਗਾ ਲੱਗਾ ਮੈਂ ਉਹ ਪ੍ਰਾਪਤ ਕਰ ਲਿਆ। ਮੈਂ ਹਰ ਤਰ੍ਹਾਂ ਦਾ ਆਨੰਦ ਮਾਣਿਆ ਅਤੇ ਮੇਰੀ ਸਭ ਮਿਹਨਤ ਤੋਂ ਮੈਨੂੰ ਆਨੰਦ ਮਿਲਿਆ ਅਤੇ ਮੇਰੀ ਮਿਹਨਤ ਦਾ ਇਹੋ ਹੀ ਮੇਰੇ ਲਈ ਫਲ ਸੀ ਜੋ ਮੈਨੂੰ ਮਿਲਿਆ। ਪਰ ਜਦੋਂ ਮੈਂ ਇਸ ਆਪਣੇ ਸਭ ਕੀਤੇ ਮਹਾਨ ਕੰਮਾਂ ਨੂੰ ਦੇਖਿਆ ਤਾਂ ਮੈਂ ਜਾਣਿਆ ਕਿ ਇਹ ਤਾਂ ਕੁਝ ਵੀ ਨਹੀਂ, ਸਭ ਵਿਅਰਥ ਹੈ। ਇਹ ਤਾਂ ਹਵਾ ਨੂੰ ਫੜਨ ਲਈ ਉਸ ਦੇ ਪਿੱਛੇ ਦੌੜਨ ਦੇ ਬਰਾਬਰ ਹੈ। ਅਸਲ ਵਿੱਚ ਸੰਸਾਰ ਦੇ ਵਿੱਚ ਮਨੁੱਖ ਕੁਝ ਵੀ ਪ੍ਰਾਪਤ ਨਹੀਂ ਕਰ ਸਕਦਾ ਹੈ। ਹਰ ਰਾਜਾ ਵੀ ਤਾਂ ਆਪਣੇ ਤੋਂ ਪਹਿਲਾਂ ਹੋਏ ਰਾਜਿਆਂ ਵਾਲੇ ਕੰਮ ਹੀ ਕਰ ਸਕਦਾ ਸੀ। ਸੋ ਮੈਂ ਇਹ ਸੋਚਣਾ ਸ਼ੁਰੂ ਕੀਤਾ ਕਿ ਬੁੱਧੀਮਤਾ ਜਾਂ ਪਾਗਲਪਣ ਜਾਂ ਮੂਰਖਤਾ ਕੀ ਹੈ। ਹਾਂ, ਮੈਂ ਇਸ ਬਾਰੇ ਜਾਣ ਗਿਆ ਹਾਂ। ਬੁੱਧੀ ਮੂਰਖਤਾ ਤੋਂ ਸ੍ਰੇਸ਼ਟ ਹੈ, ਜਿਸ ਤਰ੍ਹਾਂ ਚਾਨਣ ਹਨੇਰੇ ਤੋਂ। ਬੁੱਧੀਮਾਨ ਇਹ ਜਾਣਦਾ ਹੈ ਕਿ ਉਹ ਕਿੱਥੇ ਜਾ ਰਿਹਾ ਹੈ, ਪਰ ਮੂਰਖ ਜਾਣਦਾ ਨਹੀਂ ਹੈ। ਪਰ ਮੈਂ ਇਹ ਵੀ ਜਾਣਦਾ ਹਾਂ ਕਿ ਸਾਡੇ ਸਭ ਦਾ ਅੰਤ ਇੱਕੋ ਹੀ ਹੈ। ਤਦ ਮੈਂ ਸੋਚਿਆ, ਜੇਕਰ ਮੇਰਾ ਵੀ ਮੂਰਖ ਆਦਮੀ ਵਾਲਾ ਹੀ ਅੰਤ ਹੋਣਾ ਹੈ ਤਾਂ ਫਿਰ ਮੇਰਾ ਬੁੱਧੀਮਾਨ ਹੋਣ ਦਾ ਕੀ ਲਾਭ ਹੈ? ਹਾਂ, ਕੁਝ ਵੀ ਨਹੀਂ, ਇਹ ਵਿਅਰਥ ਹੈ। ਅੰਤ ਬੁੱਧੀਮਾਨ ਅਤੇ ਮੂਰਖ ਦੋਹਾਂ ਨੇ ਮਰਨਾ ਹੈ, ਅਤੇ ਨਾ ਹਮੇਸ਼ਾ ਤੱਕ ਕੋਈ ਬੁੱਧੀਮਾਨ ਨੂੰ ਯਾਦ ਕਰਦਾ ਹੈ ਅਤੇ ਨਾ ਹੀ ਮੂਰਖ ਨੂੰ। ਸੋ ਜੀਵਨ ਦਾ ਮੇਰੇ ਲਈ ਕੋਈ ਅਰਥ ਨਹੀਂ, ਇਹ ਕੇਵਲ ਦੁੱਖਾਂ ਦਾ ਘਰ ਹੈ। ਇਸ ਲਈ ਇਹ ਵੀ ਵਿਅਰਥ ਹੈ ਅਤੇ ਹਵਾ ਨੂੰ ਡਾਂਗਾ ਮਾਰਨ ਦੇ ਬਰਾਬਰ ਹੈ। ਮੇਰੀ ਇਸ ਸੰਸਾਰ ਵਿਚਲੀ ਮਿਹਨਤ ਬੇਕਾਰ ਹੈ, ਕਿਉਂਕਿ ਮੈਂ ਜਾਣਦਾ ਹਾਂ ਕਿ ਮੈਂ ਆਪਣਾ ਸਭ ਕੁਝ ਆਪਣੇ ਅੱਗੇ ਆਉਣ ਵਾਲੇ ਵਾਰਸ ਲਈ ਛੱਡ ਜਾਣਾ ਹੈ। ਕੌਣ ਜਾਣਦਾ ਹੈ ਕਿ ਮੇਰਾ ਵਾਰਸ ਬੁੱਧੀਮਾਨ ਹੋਵੇਗਾ ਜਾਂ ਮੂਰਖ? ਪਰ ਫਿਰ ਵੀ ਉਹ ਮੇਰੇ ਸਭ ਕੁਝ ਦਾ ਮਾਲਕ ਹੋਵੇਗਾ ਜੋ ਮੈਂ ਆਪਣੀ ਬੁੱਧੀ ਨਾਲ ਕਮਾਇਆ ਹੈ। ਇਹ ਸਭ ਵਿਅਰਥ ਹੀ ਹੈ। ਸੋ ਮੈਨੂੰ ਅਫਸੋਸ ਹੈ ਕਿ ਮੈਂ ਇਸ ਸੰਸਾਰ ਵਿੱਚ ਇੰਨੀ ਮਿਹਨਤ ਕੀਤੀ ਹੈ। ਇੱਕ ਮਨੁੱਖ ਆਪਣੀ ਬੁੱਧੀ, ਸਮਝ ਤੇ ਚਤੁਰਾਈ ਨਾਲ ਇੰਨਾ ਕੁਝ ਕਰਦਾ ਹੈ, ਪਰ ਅੰਤ ਉਹ ਸਭ ਕੁਝ ਕਿਸੇ ਹੋਰ ਦੇ ਲਈ ਛੱਡ ਜਾਂਦਾ ਹੈ ਜਿਸ ਨੇ ਕੋਈ ਮਿਹਨਤ ਵੀ ਨਹੀਂ ਕੀਤੀ। ਕੀ ਇਹ ਵਿਅਰਥ ਨਹੀਂ ਜਾਂ ਮਹਾਬੁਰਾਈ ਨਹੀਂ? ਉਹ ਮਨੁੱਖ ਮਿਹਨਤ ਕਰਦਾ ਅਤੇ ਚਿੰਤਾ ਕਰਦਾ ਹੈ, ਪਰ ਅੰਤ ਉਸ ਨੂੰ ਇਸ ਸਭ ਤੋਂ ਕੀ ਮਿਲਦਾ ਹੈ? ਜੀਵਨ ਭਰ ਉਹ ਜੋ ਸਭ ਕੁਝ ਕਰਦਾ ਹੈ ਉਸ ਤੋਂ ਕੇਵਲ ਉਸ ਨੂੰ ਚਿੰਤਾ ਤੇ ਦੁੱਖ ਹੀ ਮਿਲਦਾ ਹੈ। ਇੱਥੋਂ ਤੱਕ ਕਿ ਉਹ ਰਾਤ ਨੂੰ ਵੀ ਆਰਾਮ ਨਹੀਂ ਕਰ ਸਕਦਾ ਹੈ। ਕੀ ਇਹ ਸਭ ਵਿਅਰਥ ਨਹੀਂ?
ਮਨੁੱਖ ਦੇ ਲਈ ਸਭ ਤੋਂ ਚੰਗਾ ਇਹ ਹੈ ਕਿ ਉਹ ਖਾਵੇ, ਪੀਵੇ ਅਤੇ ਜੋ ਕੁਝ ਉਸਨੇ ਕਮਾਇਆ ਹੈ ਉਸ ਨਾਲ ਆਨੰਦ ਮਨਾਵੇ। ਪਰ ਮੇਰਾ ਅਨੁਭਵ ਹੈ ਕਿ ਇਸ ਸਭ ਦਾ ਦਾਤਾ ਵੀ ਪਰਮੇਸ਼ਰ ਹੀ ਹੈ। ਪਰਮੇਸ਼ਰ ਨੂੰ ਛੱਡ ਕੇ ਕੋਈ ਮਨੁੱਖ ਖਾ ਪੀ ਤੇ ਆਨੰਦ ਵੀ ਕਿਸ ਤਰ੍ਹਾਂ ਕਰ ਸਕਦਾ ਹੈ? ਪਰਮੇਸ਼ਰ ਉਸ ਮਨੁੱਖ ਨੂੰ ਜੋ ਉਸ ਨੂੰ ਖੁਸ਼ ਰੱਖਦਾ ਹੈ ਬੁੱਧੀ, ਸਮਝ ਅਤੇ ਆਨੰਦ ਦਿੰਦਾ ਹੈ, ਪਰ ਪਾਪੀ ਤੋਂ ਕਠਿਨ ਮਿਹਨਤ ਕਰਵਾਉਂਦਾ ਹੈ ਅਤੇ ਸੰਮਤੀ ਇਕੱਠੀ ਕਰਵਾਉਂਦਾ ਹੈ, ਜੋ ਅੰਤ ਵਿੱਚ ਉਸ ਨੂੰ ਖੁਸ਼ ਕਰਨ ਵਾਲੇ ਨੂੰ ਮਿਲ ਜਾਂਦੀ ਹੈ। ਪਰ ਇਹ ਵੀ ਤਾਂ ਵਿਅਰਥ ਹੈ ਜੋ ਹਵਾ ਫੱਕਣ ਦੇ ਬਰਾਬਰ ਹੈ। ਉਪਦੇਸ਼ਕ ਦੀ ਪੋਥੀ ਅਧਿਆਇ 3। ਹਰ ਕੰਮ ਦੇ ਲਈ ਇੱਕ ਸਮਾਂ ਹੈ। ਇਸ ਸੰਸਾਰ ਵਿੱਚ ਹਰ ਕੰਮ ਦੇ ਲਈ ਪਰਮੇਸ਼ਰ ਨੇ ਇੱਕ ਸਮਾਂ ਠਹਿਰਾਇਆ ਹੋਇਆ ਹੈ। ਜਨਮ ਦਾ ਸਮਾਂ ਅਤੇ ਮੌਤ ਦਾ ਸਮਾਂ, ਬੀਜਣ ਦਾ ਸਮਾਂ ਅਤੇ ਕੱਟਣ ਦਾ ਸਮਾਂ, ਮਾਰਨ ਦਾ ਸਮਾਂ ਅਤੇ ਚੰਗਾ ਕਰਨ ਦਾ ਸਮਾਂ, ਢਾਉਣ ਦਾ ਸਮਾਂ ਅਤੇ ਉਸਾਰਨ ਦਾ ਸਮਾਂ, ਦੁੱਖ ਦਾ ਸਮਾਂ ਅਤੇ ਆਨੰਦ ਦਾ ਸਮਾਂ, ਸੋਗ ਦਾ ਸਮਾਂ ਅਤੇ ਨੱਚਣ ਦਾ ਸਮਾਂ, ਭੋਗ ਕਰਨ ਦਾ ਸਮਾਂ ਅਤੇ ਭੋਗ ਨਾ ਕਰਨ ਦਾ ਸਮਾਂ, ਪਿਆਰ ਕਰਨ ਦਾ ਸਮਾਂ ਅਤੇ ਪਿਆਰ ਨਾ ਕਰਨ ਦਾ ਸਮਾਂ, ਲੱਭਣ ਦਾ ਸਮਾਂ ਅਤੇ ਖੋਣ ਦਾ ਸਮਾਂ, ਰੱਖਣ ਦਾ ਸਮਾਂ ਅਤੇ ਸੁੱਟਣ ਦਾ ਸਮਾਂ, ਪਾੜਨ ਦਾ ਸਮਾਂ ਅਤੇ ਸਿਉਣ ਦਾ ਸਮਾਂ, ਚੁੱਪ ਰਹਿਣ ਦਾ ਸਮਾਂ ਅਤੇ ਬੋਲਣ ਦਾ ਸਮਾਂ, ਮਿੱਤਰਤਾ ਦਾ ਸਮਾਂ ਅਤੇ ਘਿਰਣਾ ਦਾ ਸਮਾਂ, ਲੜਾਈ ਦਾ ਸਮਾਂ ਅਤੇ ਸ਼ਾਂਤੀ ਦਾ ਸਮਾਂ। ਮਨੁੱਖ ਨੂੰ ਉਸ ਦੀ ਕੀਤੀ ਸਾਰੀ ਮਿਹਨਤ ਦੇ ਬਦਲੇ ਵਿੱਚ ਕੀ ਮਿਲਦਾ ਹੈ? ਮੈਂ ਜਾਣਦਾ ਹਾਂ ਕਿ ਪਰਮੇਸ਼ਰ ਨੇ ਸਾਡੇ ਉੱਤੇ ਕਿੰਨਾ ਭਾਰ ਲੱਦਿਆ ਹੈ। ਉਹਨੇ ਸੁੰਦਰਤਾ ਨਾਲ ਹਰ ਇੱਕ ਚੀਜ਼ ਦਾ ਸਮਾਂ ਠਹਿਰਾਇਆ ਹੈ। ਉਸ ਨੇ ਮਨੁੱਖ ਦੇ ਮਨ ਵਿੱਚ ਭਵਿੱਖ ਨੂੰ ਜਾਣਨ ਦੀ ਇੱਛਾ ਪੈਦਾ ਕੀਤੀ ਹੈ, ਪਰ ਉਸ ਨੂੰ ਇਹ ਗਿਆਨ ਨਾ ਦੇ ਕੇ ਪੂਰੀ ਤ੍ਰਿਪਤੀ ਨਹੀਂ ਦਿੱਤੀ ਕਿ ਉਹ ਕੀ ਕਰਦਾ ਹੈ। ਪਰ ਇਹ ਜਾਣ ਗਿਆ ਹਾਂ ਕਿ ਮਨੁੱਖ ਲਈ ਸਭ ਤੋਂ ਚੰਗਾ ਇਹ ਹੀ ਹੈ ਕਿ ਉਹ ਜਿਉਂਦੇ ਜੀ ਖੁਸ਼ ਰਹੇ ਅਤੇ ਜੋ ਕੁਝ ਉਹ ਕਰਦਾ ਹੈ ਚੰਗੀ ਤਰ੍ਹਾਂ ਨਾਲ ਕਰੇ। ਸੋ ਸਾਨੂੰ ਸਭ ਨੂੰ ਆਪਣੀ ਮਿਹਨਤ ਦੇ ਫਲ ਨੂੰ ਖਾਣ ਪੀਣ ਅਤੇ ਆਨੰਦ ਮਨਾਉਣਾ ਚਾਹੀਦਾ ਹੈ, ਕਿਉਂਕਿ ਉਹ ਪਰਮੇਸ਼ਰ ਤੋਂ ਮਿਲੀ ਸਾਡੇ ਲਈ ਸੁਗਾਤ ਹੈ। ਮੈਂ ਜਾਣਦਾ ਹਾਂ ਕਿ ਪਰਮੇਸ਼ਰ ਜੋ ਕੁਝ ਕਰਦਾ ਹੈ ਉਸ ਦਾ ਉਹ ਕੰਮ ਹਮੇਸ਼ਾ ਤੱਕ ਰਹਿੰਦਾ ਹੈ। ਮਨੁੱਖ ਉਸ ਵਿੱਚੋਂ ਨਾ ਕੁਝ ਜੋੜ ਸਕਦਾ ਹੈ ਅਤੇ ਨਾ ਹੀ ਕੁਝ ਲੈ ਸਕਦਾ ਹੈ। ਪਰਮੇਸ਼ਰ ਇਹ ਸਭ ਇਸ ਲਈ ਕਰਦਾ ਹੈ ਕਿ ਮਨੁੱਖ ਉਸ ਤੋਂ ਡਰੇ। ਜੋ ਕੁਝ ਵਾਪਰਦਾ ਹੈ ਉਹ ਪਹਿਲਾਂ ਵੀ ਵਾਪਰ ਚੁੱਕਾ ਹੈ। ਪਰਮੇਸ਼ਰ ਉਸ ਨੂੰ ਬਾਰ-ਬਾਰ ਵਾਪਰਨ ਦਿੰਦਾ ਹੈ। ਸੰਸਾਰ ਵਿੱਚ ਅਨਿਆਂ। ਮੈਂ ਇਹ ਵੀ ਦੇਖਿਆ ਕਿ ਸੰਸਾਰ ਵਿੱਚ ਨਿਆਂ ਤੇ ਧਰਮ ਦੀ ਥਾਂ ਬੁਰਾਈ ਹੀ ਬੁਰਾਈ ਹੈ। ਤਦ ਮੈਂ ਆਪਣੇ ਆਪ ਨੂੰ ਕਿਹਾ, ਪਰਮੇਸ਼ਰ ਧਰਮੀ ਤੇ ਬੁਰਾਈ ਵਿੱਚ ਨਿਆਂ ਕਰੇਗਾ, ਕਿਉਂਕਿ ਉਸਨੇ ਹਰ ਚੀਜ਼ ਤੇ ਕੰਮ ਦਾ ਸਮਾਂ ਠਹਿਰਾਇਆ ਹੋਇਆ ਹੈ। ਤਦ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਪਰਮੇਸ਼ਰ ਮਨੁੱਖ ਦੀ ਪ੍ਰੀਖਿਆ ਲੈ ਰਿਹਾ ਹੈ ਕਿ ਉਸ ਉੱਤੇ ਇਹ ਪ੍ਰਗਟ ਕਰੇ ਕਿ ਉਹ ਪਸ਼ੂ ਨਾਲੋਂ ਕਿਸੇ ਤਰ੍ਹਾਂ ਵੀ ਚੰਗਾ ਨਹੀਂ ਹੈ। ਆਖਰ ਮਨੁੱਖ ਤੇ ਪਸ਼ੂ ਦਾ ਅੰਤ ਇੱਕੋ ਹੀ ਤਰ੍ਹਾਂ ਹੋਣਾ ਹੈ। ਦੋਵਾਂ ਨੇ ਆਖਰ ਮਰਨਾ ਹੀ ਤਾਂ ਹੈ। ਉਹਨਾਂ ਦੋਹਾਂ ਵਿੱਚ ਇੱਕੋ ਤਰ੍ਹਾਂ ਦਾ ਪ੍ਰਾਣ ਹੈ ਅਤੇ ਮਨੁੱਖ ਦਾ ਪ੍ਰਾਣ ਪਸ਼ੂ ਤੋਂ ਵੱਖ ਨਹੀਂ ਹੈ। ਇਹ ਸਭ ਵਿਅਰਥ ਹੈ। ਦੋਹਾਂ ਨੇ ਅੰਤ ਵਿੱਚ ਇੱਕ ਹੀ ਥਾਂ ਜਾਣਾ ਹੈ। ਦੋਵੇਂ ਮਿੱਟੀ ਵਿੱਚੋਂ ਬਣੇ ਹਨ ਅਤੇ ਉਸੇ ਵਿੱਚ ਵਾਪਸ ਜਾਣਗੇ। ਕੌਣ ਕਹਿ ਸਕਦਾ ਹੈ ਕਿ ਮਨੁੱਖ ਦੀ ਆਤਮਾ ਉੱਪਰ ਜਾਂਦੀ ਅਤੇ ਪਸ਼ੂ ਦੀ ਹੇਠ? ਸੋ ਮਨੁੱਖ ਲਈ ਸਭ ਤੋਂ ਚੰਗੀ ਗੱਲ ਇਹ ਹੈ ਕਿ ਉਹ ਆਪਣੀ ਮਿਹਨਤ ਦੇ ਫਲ ਨਾਲ ਆਨੰਦ ਕਰੇ। ਇਸ ਤੋਂ ਇਲਾਵਾ ਉਹ ਹੋਰ ਕੁਝ ਨਹੀਂ ਕਰ ਸਕਦਾ ਹੈ। ਕੋਈ ਨਹੀਂ ਦੱਸ ਸਕਦਾ ਹੈ ਕਿ ਮਨੁੱਖ ਨਾਲ ਉਸ ਦੀ ਮੌਤ ਤੋਂ ਪਿੱਛੋਂ ਕੀ ਹੁੰਦਾ ਹੈ। ਉਪਦੇਸ਼ਕ ਦੀ ਪੋਥੀ ਅਧਿਆਇ 4। ਤਦ ਮੈਂ ਫਿਰ ਦੇਖਿਆ ਕਿ ਇਸ ਸੰਸਾਰ ਵਿੱਚ ਅਤਿਆਚਾਰ ਅਜੇ ਵੀ ਹੋ ਰਿਹਾ ਹੈ। ਉਹ ਮਨੁੱਖ ਜਿਨ੍ਹਾਂ ਉੱਤੇ ਅਤਿਆਚਾਰ ਹੋ ਰਿਹਾ ਹੈ ਰੋ ਰਹੇ ਹਨ।
ਪਰ ਉਹਨਾਂ ਉੱਤੇ ਕੋਈ ਤਰਸ ਨਹੀਂ ਖਾ ਰਿਹਾ ਹੈ, ਕਿਉਂਕਿ ਅਤਿਆਚਾਰ ਕਰਨ ਵਾਲਿਆਂ ਕੋਲ ਸ਼ਕਤੀ ਹੈ। ਮੈਂ ਸੋਚਣ ਲੱਗਾ ਕਿ ਮਰ ਚੁੱਕੇ ਲੋਕ ਇਹਨਾਂ ਜੀ ਰਹਿਣ ਨਾਲੋਂ ਚੰਗੇ ਹਨ, ਪਰ ਜਿਨ੍ਹਾਂ ਅਜੇ ਜਨਮ ਹੀ ਨਹੀਂ ਲਿਆ ਅਤੇ ਇਸ ਸੰਸਾਰ ਵਿੱਚ ਹੋ ਰਹੀ ਬੁਰਾਈ ਨੂੰ ਨਹੀਂ ਦੇਖਿਆ, ਉਹ ਜੀ ਰਹੇ ਅਤੇ ਮਰ ਚੁੱਕੇ ਦੋਵਾਂ ਤੋਂ ਹੀ ਚੰਗੇ ਹਨ। ਤਦ ਮੈਂ ਇਹ ਜਾਣਿਆ ਕਿ ਮਨੁੱਖ ਕਿਉਂ ਕਠਿਨ ਮਿਹਨਤ ਕਰ ਰਿਹਾ ਹੈ, ਕਿਉਂਕਿ ਉਹ ਆਪਣੇ ਗੁਆਂਢੀ ਨਾਲ ਈਰਖਾ ਕਰਦਾ ਹੈ। ਪਰ ਇਹ ਸਭ ਵਿਅਰਥ ਅਤੇ ਹਵਾ ਨੂੰ ਡਾਂਗਾ ਮਾਰਨ ਦੇ ਬਰਾਬਰ ਹੈ। ਉਹ ਕਹਿੰਦਾ ਹੈ ਕਿ ਇਹ ਮੂਰਖ ਹੈ ਜੋ ਹੱਥ ਉੱਤੇ ਹੱਥ ਰੱਖ ਕੇ ਬੈਠਾ ਰਹਿੰਦਾ ਹੈ ਅਤੇ ਅੰਤ ਉਹ ਭੁੱਖ ਦੇ ਕਾਰਨ ਮਰ ਜਾਂਦਾ ਹੈ। ਹੋ ਸਕਦਾ ਹੈ ਇਹ ਠੀਕ ਹੋਵੇ, ਪਰ ਕੁਝ ਪਲਾਂ ਦਾ ਆਰਾਮ ਵੀ ਚੰਗਾ ਹੈ, ਬਜਾਏ ਇਸ ਦੇ ਕਿ ਹਰ ਸਮੇਂ ਦੋਵੇਂ ਹੱਥ ਮਿਹਨਤ ਵਿੱਚ ਰੁੱਝੇ ਰਹਿਣ, ਜੋ ਕੇਵਲ ਹਵਾ ਨੂੰ ਫੜਨ ਦੇ ਬਰਾਬਰ ਹੈ। ਤਦ ਮੈਂ ਇੱਕ ਹੋਰ ਵਿਅਰਥ ਗੱਲ ਹੁੰਦੀ ਦੇਖੀ। ਇੱਕ ਆਦਮੀ ਹੈ ਜਿਸ ਦਾ ਕੋਈ ਨਾ ਪੁੱਤਰ ਹੈ ਅਤੇ ਨਾ ਹੀ ਭਰਾ, ਪਰ ਫਿਰ ਵੀ ਉਹ ਕਠਿਨ ਮਿਹਨਤ ਕਰਨ ਵਿੱਚ ਲੱਗਾ ਰਹਿੰਦਾ ਹੈ ਅਤੇ ਸੰਪਤੀ ਇਕੱਠੀ ਕਰਦਾ ਹੀ ਜਾਂਦਾ ਹੈ। ਉਸ ਨੂੰ ਸੰਤੋਖ ਨਹੀਂ ਮਿਲਦਾ, ਇੱਥੋਂ ਤੱਕ ਕਿ ਉਸ ਨੂੰ ਆਪਣੇ ਤੋਂ ਇਹ ਪੁੱਛਣ ਦੀ ਵੀ ਵੇਲ ਨਹੀਂ ਰਹਿੰਦੀ ਕਿ ਇਹ ਸਭ ਮਿਹਨਤ ਮੈਂ ਕਿਸ ਦੇ ਲਈ ਕਰ ਰਿਹਾ ਹਾਂ ਅਤੇ ਆਪਣੇ ਆਪ ਨੂੰ ਆਨੰਦ ਭਰੇ ਜੀਵਨ ਤੋਂ ਵਾਂਝਾ ਰੱਖ ਰਿਹਾ ਹਾਂ। ਸੋ ਇਹ ਵੀ ਵਿਅਰਥ ਹੈ, ਕਿਉਂਕਿ ਇਸ ਤੋਂ ਕੋਈ ਖੁਸ਼ੀ ਨਹੀਂ ਮਿਲਦੀ। ਇੱਕ ਨਾਲੋਂ ਦੋ ਚੰਗੇ ਹਨ, ਕਿਉਂਕਿ ਉਹ ਮਿਲ ਕੇ ਅਧਿਕ ਚੰਗਾ ਕੰਮ ਕਰ ਸਕਦੇ ਹਨ। ਜੇਕਰ ਇੱਕ ਡਿੱਗੇਗਾ ਤਾਂ ਦੂਜਾ ਉਸ ਨੂੰ ਸੰਭਾਲ ਲਵੇਗਾ, ਪਰ ਜੋ ਇਕੱਲਾ ਹੈ, ਜੇਕਰ ਉਹ ਡਿੱਗੇਗਾ ਤਾਂ ਅਫਸੋਸ ਉਸ ਉੱਤੇ, ਕਿਉਂਕਿ ਉਸ ਨੂੰ ਕੋਈ ਸੰਭਾਲਣ ਵਾਲਾ ਨਹੀਂ ਹੋਵੇਗਾ। ਠੰਡ ਹੋਣ ਤੇ ਦੋ ਇਕੱਠੇ ਸੌਂ ਕੇ ਇੱਕ ਦੂਜੇ ਨੂੰ ਗਰਮ ਕਰ ਸਕਦੇ ਹਨ, ਪਰ ਇਕੱਲਾ ਆਪ ਨੂੰ ਗਰਮ ਨਹੀਂ ਕਰ ਸਕਦਾ ਹੈ। ਇੱਕ ਦੇ ਬਦਲੇ ਦੋ ਉਸ ਦਾ ਚੰਗੀ ਤਰ੍ਹਾਂ ਨਾਲ ਟਾਕਰਾ ਕਰ ਸਕਦੇ ਹਨ। ਤਿੰਨ ਰੱਸੀਆਂ ਦਾ ਵੱਟਿਆ ਰੱਸਾ ਛੇਤੀ ਨਾਲ ਨਹੀਂ ਟੁੱਟ ਸਕਦਾ ਹੈ। ਇੱਕ ਮਨੁੱਖ ਗਰੀਬੀ ਤੋਂ ਉੱਠ ਕੇ ਆਪਣੇ ਦੇਸ਼ ਦਾ ਰਾਜਾ ਬਣ ਸਕਦਾ ਹੈ, ਜਾਂ ਕੈਦ ਤੋਂ ਛੁੱਟ ਕੇ ਰਾਜ ਗੱਦੀ ਉੱਤੇ ਬੈਠ ਸਕਦਾ ਹੈ, ਪਰ ਜੇਕਰ ਉਹ ਆਪਣੇ ਬੁਢਾਪੇ ਵਿੱਚ ਸਲਾਹ ਨਹੀਂ ਲੈ ਸਕਦਾ, ਤਾਂ ਉਹ ਉਸ ਗਰੀਬ ਜਵਾਨ ਤੋਂ ਮਾੜਾ ਹੈ ਜੋ ਸਮਝਦਾਰ ਹੈ। ਮੈਂ ਸੰਸਾਰ ਦੇ ਸਭ ਲੋਕਾਂ ਉੱਤੇ ਧਿਆਨ ਕੀਤਾ ਅਤੇ ਜਵਾਨ ਉੱਤੇ ਵੀ, ਜੋ ਬੁੱਢੇ ਦੀ ਥਾਂ ਰਾਜਾ ਬਣੇਗਾ। ਇੱਕ ਰਾਜਾ ਅਣਗਿਣਤ ਲੋਕਾਂ ਉੱਤੇ ਰਾਜ ਕਰ ਸਕਦਾ ਹੈ, ਪਰ ਉਸ ਦੇ ਮਰਨ ਦੇ ਪਿੱਛੋਂ ਕੋਈ ਵੀ ਉਸ ਦੇ ਕੀਤੇ ਦੇ ਲਈ ਧੰਨਵਾਦੀ ਨਹੀਂ ਹੁੰਦਾ ਹੈ। ਸੋ ਇਹ ਸਭ ਵੀ ਵਿਅਰਥ ਹੈ ਅਤੇ ਹਵਾ ਨੂੰ ਫੜਨ ਦੇ ਬਰਾਬਰ ਹੈ। ਉਪਦੇਸ਼ਕ ਦੀ ਪੋਥੀ ਅਧਿਆਇ 5। ਕਾਹਲੀ ਵਿੱਚ ਕੋਈ ਪ੍ਰਤਿਗਿਆ ਨਾ ਕਰੋ। ਮੰਦਰ ਵਿੱਚ ਜਾਣ ਸਮੇਂ ਚੌਕਸ ਰਹੋ। ਉੱਥੇ ਜਾ ਕੇ ਸਿੱਖਿਆ ਲਈ ਸੁਣਨਾ ਮੂਰਖ ਆਦਮੀ ਦੀਆਂ ਬਲੀਆਂ ਤੋਂ ਚੰਗਾ ਹੈ, ਜੋ ਭਲੇ ਤੇ ਬੁਰੇ ਦਾ ਫਰਕ ਤੱਕ ਨਹੀਂ ਜਾਣਦਾ ਹੈ। ਬੋਲਣ ਤੋਂ ਪਹਿਲਾਂ ਸੋਚ ਅਤੇ ਬਿਨਾਂ ਸੋਚੇ ਸਮਝੇ ਪਰਮੇਸ਼ਰ ਅੱਗੇ ਕੋਈ ਪ੍ਰਤਿਗਿਆ ਨਾ ਕਰੋ, ਕਿਉਂਕਿ ਉਹ ਸਵਰਗ ਵਿੱਚ ਹੈ, ਤੂੰ ਧਰਤੀ ਉੱਤੇ। ਇਸ ਲਈ ਤੂੰ ਓਨਾ ਹੀ ਕਹਿ ਜਿੰਨੇ ਦੀ ਜ਼ਰੂਰਤ ਹੈ। ਜਿੰਨੀ ਅਧਿਕ ਤੂੰ ਚਿੰਤਾ ਕਰੇਗਾ, ਓਨੇ ਹੀ ਅਧਿਕ ਤੂੰ ਸੁਪਨੇ ਦੇਖੇਗਾ, ਅਤੇ ਜਿੰਨਾ ਅਧਿਕ ਤੂੰ ਬੋਲੇਗਾ, ਓਨੀ ਅਧਿਕ ਹੀ ਤੂੰ ਮੂਰਖਤਾ ਕਰੇਗਾ। ਸੋ ਜਦੋਂ ਤੂੰ ਪਰਮੇਸ਼ਰ ਅੱਗੇ ਪ੍ਰਤਿਗਿਆ ਕਰੇ ਤਾਂ ਤੁਰੰਤ ਉਸ ਨੂੰ ਪੂਰਾ ਵੀ ਕਰ। ਪਰਮੇਸ਼ਰ ਮੂਰਖ ਆਦਮੀ ਨੂੰ ਪਸੰਦ ਨਹੀਂ ਕਰਦਾ ਹੈ, ਇਸ ਲਈ ਤੂੰ ਆਪਣੀ ਪ੍ਰਤਿਗਿਆ ਨੂੰ ਪੂਰਾ ਕਰ। ਪ੍ਰਤਿਗਿਆ ਪੂਰਾ ਨਾ ਕਰਨ ਨਾਲੋਂ ਪ੍ਰਤਿਗਿਆ ਨਾ ਕਰਨਾ ਹੀ ਚੰਗਾ ਹੈ। ਤੂੰ ਆਪਣੇ ਸ਼ਬਦਾਂ ਦੇ ਦੁਆਰਾ ਪਾਪ ਵਿੱਚ ਨਾ ਜਾ ਕਿ ਅੰਤ ਵਿੱਚ ਤੈਨੂੰ ਪਰਮੇਸ਼ਰ ਦੇ ਪੁਰੋਹਿਤ ਨੂੰ ਕਹਿਣਾ ਪਵੇ ਕਿ ਮੇਰਾ ਇਹ ਅਰਥ ਨਹੀਂ ਸੀ। ਪਰਮੇਸ਼ਰ ਨੂੰ ਆਪਣੇ ਉੱਤੇ ਕ੍ਰੋਧਿਤ ਕਿਉਂ ਕਰੋ? ਉਹ ਕਿਉਂ ਤੇਰੇ ਕੀਤੇ ਦਾ ਨਾਸ਼ ਕਰੇ? ਤੂੰ ਕਿੰਨੇ ਵੀ ਸੁਪਨੇ ਦੇਖ, ਕਿੰਨੇ ਵੀ ਵਿਅਰਥ ਕੰਮ ਕਰ, ਪਰ ਇਹ ਸਭ ਕਰਨ ਤੇ ਵੀ ਤੈਨੂੰ ਪਰਮੇਸ਼ਰ ਤੋਂ ਡਰਨਾ ਚਾਹੀਦਾ ਹੈ। ਜੀਵਨ ਵਿਅਰਥ ਹੈ। ਜਦੋਂ ਤੂੰ ਆਪਣੇ ਦੇਸ਼ ਵਿੱਚ ਕਿਸੇ ਸਰਕਾਰੀ ਅਧਿਕਾਰੀ ਦੇ ਰਾਹੀਂ
ਕਿਸੇ ਗਰੀਬ ਦੇ ਉੱਤੇ ਅਤਿਆਚਾਰ ਹੁੰਦਾ ਦੇਖੇ ਤਾਂ ਹੈਰਾਨ ਨਾ ਹੋ, ਕਿਉਂਕਿ ਉਸ ਦੇ ਉੱਤੇ ਇੱਕ ਹੋਰ ਅਧਿਕਾਰੀ ਹੈ ਅਤੇ ਉਹਨਾਂ ਦੋਹਾਂ ਉੱਤੇ ਇੱਕ ਹੋਰ ਉੱਚੀ ਸ਼ਕਤੀ ਵੀ ਹੈ। ਰਾਜਾ ਨੂੰ ਵੀ ਚੰਗੀ ਉਪਜਾਊ ਜ਼ਮੀਨ ਉੱਤੇ ਆਸਰਾ ਰੱਖਣਾ ਪੈਂਦਾ ਹੈ। ਜੋ ਮਨੁੱਖ ਧਨ ਨੂੰ ਪਿਆਰ ਕਰਦਾ ਹੈ ਉਹ ਕਦੀ ਵੀ ਤ੍ਰਿਪਤ ਨਹੀਂ ਹੋਵੇਗਾ। ਜੋ ਮਨੁੱਖ ਧਨੀ ਹੋਣਾ ਚਾਹੁੰਦਾ ਹੈ ਉਹ ਕਦੀ ਆਪਣੀ ਇੱਛਾ ਅਨੁਸਾਰ ਸਭ ਕੁਝ ਪ੍ਰਾਪਤ ਨਹੀਂ ਕਰ ਸਕੇਗਾ। ਇਹ ਸਭ ਵਿਅਰਥ ਹੈ। ਫਿਰ ਧਨੀ ਹੋਣ ਦੇ ਨਾਲ ਤੇਰੇ ਖਾਣ ਵਾਲਿਆਂ ਦੀ ਗਿਣਤੀ ਵੀ ਤਾਂ ਵੱਧ ਜਾਂਦੀ ਹੈ। ਸੋ ਇਹ ਕੇਵਲ ਤੈਨੂੰ ਗਿਆਨ ਹੀ ਹੁੰਦਾ ਹੈ ਕਿ ਤੂੰ ਧਨੀ ਹੈ। ਇੱਕ ਮਿਹਨਤੀ ਮਜ਼ਦੂਰ ਕੋਲ ਬੇਸ਼ੱਕ ਬਹੁਤਾ ਪੇਟ ਭਰਨ ਲਈ ਨਾ ਹੋਵੇ, ਪਰ ਉਹ ਰਾਤ ਦੀ ਨੀਂਦ ਤਾਂ ਆਰਾਮ ਨਾਲ ਲੈ ਸਕਦਾ ਹੈ। ਪਰ ਧਨੀ ਆਦਮੀ ਤਾਂ ਚਿੰਤਾ ਦੇ ਕਾਰਨ ਰਾਤ ਨੂੰ ਸੌਂ ਵੀ ਨਹੀਂ ਸਕਦਾ ਹੈ। ਇਸ ਸੰਸਾਰ ਵਿੱਚ ਮੈਂ ਇੱਕ ਹੋਰ ਭਿਆਨਕ ਬੁਰਾਈ ਦੇਖੀ। ਲੋਕ ਸੰਪਤੀ ਆਪਣੇ ਬੁਰੇ ਸਮੇਂ ਲਈ ਇਕੱਠੀ ਕਰਦੇ, ਪਰ ਹੁੰਦਾ ਇਸ ਦੇ ਉਲਟ ਹੈ। ਪਰ ਉਹ ਸੰਪਤੀ ਕਿਸੇ ਬੁਰੇ ਕੰਮ ਵਿੱਚ ਹੀ ਖਤਮ ਹੋ ਜਾਂਦੀ ਹੈ ਅਤੇ ਸੰਪਤੀ ਵਾਲੇ ਕੋਲ ਆਪਣੀ ਸੰਤਾਨ ਨੂੰ ਦੇਣ ਲਈ ਕੁਝ ਨਹੀਂ ਰਹਿੰਦਾ। ਮਨੁੱਖ ਇਸ ਸੰਸਾਰ ਵਿੱਚ ਨੰਗਾ ਤੇ ਖਾਲੀ ਹੱਥੀਂ ਆਉਂਦਾ ਹੈ ਅਤੇ ਉਹ ਇਸੇ ਹਾਲਤ ਵਿੱਚ ਵਾਪਸ ਵੀ ਜਾਂਦਾ ਹੈ, ਕਿਉਂਕਿ ਕੋਈ ਮਿਹਨਤ ਦਾ ਫਲ ਆਪਣੇ ਨਾਲ ਵਾਪਸ ਨਹੀਂ ਲੈ ਜਾ ਸਕਦਾ। ਇਹ ਵੀ ਤਾਂ ਇੱਕ ਭਿਆਨਕ ਬੁਰਾਈ ਹੈ ਕਿ ਮਨੁੱਖ ਖਾਲੀ ਹੱਥੀਂ ਆਉਂਦਾ ਹੈ ਅਤੇ ਖਾਲੀ ਹੱਥੀਂ ਹੀ ਵਾਪਸ ਜਾਂਦਾ ਹੈ। ਇਹ ਵੀ ਹਵਾ ਦੇ ਪਿੱਛੇ ਦੌੜਨ ਦੇ ਬਰਾਬਰ ਹੈ। ਸੋ ਮਨੁੱਖ ਆਪਣਾ ਇਹ ਜੀਵਨ ਹਨੇਰੇ ਵਿੱਚ ਭਟਕਦਾ ਹੋਇਆ ਚਿੰਤਾ, ਕ੍ਰੋਧ ਅਤੇ ਵਿਪਤਾ ਵਿੱਚ ਗੁਜ਼ਾਰਦਾ ਹੈ। ਸੋ ਅੰਤ ਵਿੱਚ ਮੈਂ ਇਸ ਸਿੱਟੇ ਤੇ ਪਹੁੰਚਿਆ ਹਾਂ, ਮਨੁੱਖ ਲਈ ਸਭ ਤੋਂ ਚੰਗਾ ਇਹ ਹੈ ਕਿ ਉਹ ਪਰਮੇਸ਼ਰ ਦੁਆਰਾ ਇਸ ਕੁਝ ਦਿਨਾਂ ਦੇ ਮਿਲੇ ਜੀਵਨ ਵਿੱਚ ਆਪਣੀ ਮਿਹਨਤ ਦੇ ਫਲ ਨੂੰ ਖਾਵੇ, ਪੀਵੇ ਅਤੇ ਆਨੰਦ ਕਰੇ। ਇਹ ਉਸਦੇ ਜੀਵਨ ਦਾ ਉਦੇਸ਼ ਹੈ। ਪਰਮੇਸ਼ਰ ਜੇਕਰ ਕਿਸੇ ਮਨੁੱਖ ਨੂੰ ਧਨ ਮਾਲ ਦੇ ਨਾਲ ਉਸ ਨੂੰ ਮਾਨਣ ਦੀ ਸ਼ਕਤੀ ਵੀ ਦਿੰਦਾ ਹੈ ਤਾਂ ਉਸ ਨੂੰ ਪਰਮੇਸ਼ਰ ਦਾ ਧੰਨਵਾਦ ਕਰਨਾ ਚਾਹੀਦਾ ਹੈ ਅਤੇ ਆਪਣੀ ਮਿਹਨਤ ਦੇ ਫਲ ਨਾਲ ਆਨੰਦ ਕਰਨਾ ਚਾਹੀਦਾ ਹੈ। ਇਹ ਉਸ ਨੂੰ ਪਰਮੇਸ਼ਰ ਤੋਂ ਮਿਲੀ ਹੀ ਸੁਗਾਤ ਹੈ। ਸੋ ਪਰਮੇਸ਼ਰ ਨੇ ਉਸ ਨੂੰ ਖੁਸ਼ ਰਹਿਣ ਦੀ ਸੁਗਾਤ ਦਿੱਤੀ ਹੈ, ਇਸ ਲਈ ਉਹ ਆਪਣੇ ਜੀਵਨ ਦੇ ਥੋੜੇ ਦਿਨ ਹੋਣ ਦੀ ਚਿੰਤਾ ਨਹੀਂ ਕਰੇਗਾ। ਉਪਦੇਸ਼ਕ ਦੀ ਪੋਥੀ ਅਧਿਆਇ 6। ਮੈਂ ਸੰਸਾਰ ਵਿੱਚ ਇੱਕ ਹੋਰ ਅਨਿਆਂ ਹੁੰਦਾ ਦੇਖਿਆ ਹੈ, ਜਿਸ ਦੇ ਭਾਰ ਨਾਲ ਮਨੁੱਖ ਦੱਬਿਆ ਹੋਇਆ ਹੈ। ਪਰਮੇਸ਼ਰ ਇੱਕ ਮਨੁੱਖ ਨੂੰ ਧਨ, ਮਾਲ ਅਤੇ ਆਦਰ ਦਿੰਦਾ ਹੈ ਅਤੇ ਉਸ ਦੀ ਹਰ ਇੱਛਾ ਪੂਰੀ ਕਰਦਾ ਹੈ, ਪਰ ਉਸ ਨੂੰ ਇਹ ਸਭ ਮੰਨਣ ਦੀ ਸ਼ਕਤੀ ਨਹੀਂ ਦਿੰਦਾ ਹੈ। ਇਹ ਵਿਅਰਥ ਹੈ ਅਤੇ ਇੱਕ ਭਿਆਨਕ ਬੁਰਾਈ ਹੈ। ਇੱਕ ਮਨੁੱਖ ਦੇ ਸੈਂਕੜੇ ਬੱਚੇ ਅਤੇ ਉਸ ਦੀ ਲੰਮੀ ਉਮਰ ਹੋ ਸਕਦੀ ਹੈ, ਪਰ ਜੇਕਰ ਉਸ ਕੋਲ ਖੁਸ਼ੀ ਨਹੀਂ ਅਤੇ ਉਸ ਦਾ ਅੰਤਮ ਸੰਸਕਾਰ ਵੀ ਢੰਗ ਨਾਲ ਨਹੀਂ ਹੁੰਦਾ ਤਾਂ ਉਸ ਨਾਲੋਂ ਉਹ ਬੱਚਾ ਚੰਗਾ ਹੈ ਜੋ ਜੰਮਿਆ ਹੀ ਮਰਿਆ ਸੀ, ਕਿਉਂਕਿ ਉਸ ਬੱਚੇ ਨੂੰ ਇਸ ਦਾ ਕੋਈ ਲਾਭ ਨਹੀਂ ਸੀ ਅਤੇ ਇਹ ਹਨੇਰੇ ਵਿੱਚ ਲੁਕ ਜਾਂਦਾ ਹੈ ਜਿੱਥੇ ਉਸ ਨੂੰ ਕੋਈ ਯਾਦ ਨਹੀਂ ਕਰ ਸਕਦਾ ਹੈ। ਉਸਨੇ ਤਾਂ ਨਾ ਸੂਰਜ ਦੀ ਰੋਸ਼ਨੀ ਦੇਖੀ ਅਤੇ ਨਾ ਇਸ ਜੀਵਨ ਦਾ ਸਵਾਦ ਦੇਖਿਆ ਸੀ। ਸੋ ਇੱਕ ਮਨੁੱਖ ਭਾਵੇਂ 2000 ਸਾਲ ਜੀਵੇ, ਪਰ ਜੇਕਰ ਉਸਨੇ ਜੀਵਨ ਦਾ ਆਨੰਦ ਨਹੀਂ ਲਿਆ ਤਾਂ ਉਸ ਵਿੱਚ ਅਤੇ ਮਰੇ ਜਨਮੇ ਬੱਚੇ ਵਿੱਚ ਕੋਈ ਫਰਕ ਨਹੀਂ ਹੈ। ਮਨੁੱਖ ਮਿਹਨਤ ਆਪਣਾ ਪੇਟ ਭਰਨ ਦੇ ਲਈ ਕਰਦਾ ਹੈ, ਪਰ ਉਸ ਦਾ ਪੇਟ ਫਿਰ ਵੀ ਨਹੀਂ ਭਰਦਾ। ਕੀ ਬੁੱਧੀਮਾਨ ਮਨੁੱਖ ਮੂਰਖ ਨਾਲੋਂ ਚੰਗਾ? ਜਾਂ ਗਰੀਬ ਨੂੰ ਜੀਵਨ ਗੁਜ਼ਾਰਨ ਦਾ ਭੇਤ ਜਾਣਨ ਤੋਂ ਕੀ ਮਿਲ ਸਕਦਾ ਹੈ? ਇਹ ਸਭ ਵਿਅਰਥ ਹੈ ਅਤੇ ਹਵਾ ਦੇ ਪਿੱਛੇ ਦੌੜਨ ਬਰਾਬਰ ਹੈ। ਸੋ ਇਸ ਲਈ ਜਿੰਨਾ ਕਿਸੇ ਕੋਲ ਹੈ ਉਸ ਉੱਤੇ ਸੰਤੋਖ ਕਰਨਾ ਭਲਾ ਹੈ ਅਤੇ ਹਰ ਚੀਜ਼ ਦੀ ਇੱਛਾ ਰੱਖਣ ਦਾ ਕੋਈ ਲਾਭ ਨਹੀਂ ਹੈ। ਜੋ ਕੁਝ ਵਾਪਰ ਰਿਹਾ ਉਸ ਦਾ ਫੈਸਲਾ ਬਹੁਤ ਪਹਿਲਾਂ ਹੀ ਹੋ ਚੁੱਕਾ ਹੈ। ਇਹ ਸਭ ਜਾਣਦੇ ਹਨ ਕਿ ਕਮਜ਼ੋਰ ਮਨੁੱਖ ਆਪਣੇ ਤੋਂ ਤਕੜੇ ਦਾ ਟਾਕਰਾ ਨਹੀਂ ਕਰ ਸਕਦਾ ਹੈ।
ਜਿੰਨਾ ਅਧਿਕ ਕੋਈ ਬੋਲਦਾ ਹੈ ਓਨਾ ਹੀ ਵਿਅਰਥ ਸਿੱਧ ਹੁੰਦਾ ਹੈ ਅਤੇ ਇਸ ਤਰ੍ਹਾਂ ਦੇ ਮਨੁੱਖ ਦਾ ਕੋਈ ਲਾਭ ਨਹੀਂ ਹੈ। ਕੌਣ ਜਾਣ ਸਕਦਾ ਹੈ ਕਿ ਮਨੁੱਖ ਦਾ ਇਸ ਥੋੜੇ ਦਿਨਾਂ ਦੇ ਜੀਵਨ ਵਿੱਚ ਕੀ ਹੋਵੇਗਾ। ਇਹ ਜੀਵਨ ਜੋ ਇੱਕ ਛਾਇਆ ਦੀ ਤਰ੍ਹਾਂ ਹੈ, ਵਿਅਰਥ ਹੈ। ਕੌਣ ਦੱਸ ਸਕਦਾ ਹੈ ਕਿ ਇਸ ਸੰਸਾਰ ਨੂੰ ਛੱਡਣ ਦੇ ਪਿੱਛੋਂ ਮਨੁੱਖ ਨਾਲ ਕੀ ਵਾਪਰੇਗਾ। ਉਪਦੇਸ਼ਕ ਦੀ ਪੋਥੀ ਅਧਿਆਇ 7 ਜੀਵਨ ਸੰਬੰਧੀ ਵਿਚਾਰ। ਚੰਗਾ ਨਾਂ ਕਮਾਉਣਾ ਬਹੁਮੁੱਲੇ ਸੁਗੰਧਿਤ ਤੇਲ ਨਾਲੋਂ ਚੰਗਾ ਹੈ ਅਤੇ ਮਰਨ ਦਿਨ ਜਨਮ ਦਿਨ ਤੋਂ ਚੰਗਾ ਹੈ। ਸੋਗ ਵਾਲੇ ਘਰ ਜਾਣਾ ਖੁਸ਼ੀ ਵਾਲੇ ਘਰ ਜਾਣ ਤੋਂ ਚੰਗਾ ਹੈ, ਕਿਉਂਕਿ ਸਭ ਦਾ ਅੰਤ ਮੌਤ ਹੈ ਅਤੇ ਉੱਥੇ ਜਿਉਂਦਾ ਆਪਣੇ ਅੰਤ ਬਾਰੇ ਸੋਚਦਾ ਹੈ। ਖੁਸ਼ੀ ਨਾਲੋਂ ਸੋਗ ਚੰਗਾ ਹੈ, ਕਿਉਂਕਿ ਬੇਸ਼ੱਕ ਚਿਹਰਾ ਇਸ ਨਾਲ ਦੁਖੀ ਦਿਖਦਾ ਹੈ, ਪਰ ਦਿਲ ਨੂੰ ਇਸ ਤੋਂ ਤਸੱਲੀ ਮਿਲਦੀ ਹੈ। ਬੁੱਧੀਮਾਨ ਮਨੁੱਖ ਦਾ ਦਿਲ ਸੋਗ ਵਾਲੇ ਘਰ ਵੱਲ ਲੱਗਾ ਰਹਿੰਦਾ ਹੈ, ਪਰ ਮੂਰਖ ਦਾ ਦਿਲ ਐਸ਼ ਵਾਲੇ ਘਰ ਵੱਲ ਲੱਗਾ ਰਹਿੰਦਾ ਹੈ। ਬੁੱਧੀਮਾਨ ਦੀ ਝਾੜ ਸੁਣਨਾ ਮੂਰਖ ਦੇ ਮਹਿਮਾ ਭਰੇ ਗੀਤ ਸੁਣਨ ਨਾਲੋਂ ਚੰਗਾ ਹੈ। ਮੂਰਖ ਦੇ ਹੱਸਣ ਦੀ ਆਵਾਜ਼ ਪਤੀਲੇ ਹੇਠ ਵਲਣ ਵਾਲੇ ਕੰਡਿਆਂ ਦੀ ਆਵਾਜ਼ ਵਾਂਗ ਹੈ, ਸੋ ਇਹ ਵਿਅਰਥ ਹੈ। ਬੁੱਧੀਮਾਨ ਦਾ ਕਿਸੇ ਤੇ ਅਤਿਆਚਾਰ ਕਰਨਾ ਮੂਰਖਤਾ ਹੈ ਅਤੇ ਉਸ ਦਾ ਕਿਸੇ ਨੂੰ ਵੱਢੀ ਦੇਣਾ ਆਪਣਾ ਚਰਿੱਤਰ ਖਰਾਬ ਕਰਨਾ ਹੈ। ਕਿਸੇ ਚੀਜ਼ ਦਾ ਅੰਤ ਉਸ ਦੇ ਆਰੰਭ ਨਾਲੋਂ ਚੰਗਾ ਹੈ ਅਤੇ ਧੀਰਜਵਾਨ ਹੰਕਾਰੀ ਨਾਲੋਂ ਚੰਗਾ ਹੈ। ਛੇਤੀ ਕ੍ਰੋਧਿਤ ਨਾ ਹੋਵੋ, ਕਿਉਂਕਿ ਗੁੱਸਾ ਤਾਂ ਮੂਰਖ ਦਾ ਸਾਥੀ ਹੈ। ਇਸ ਤਰ੍ਹਾਂ ਨਾ ਕਹੋ ਪੁਰਾਣੇ ਦਿਨ ਵਰਤਮਾਨ ਦੇ ਦਿਨਾਂ ਤੋਂ ਚੰਗੇ ਸਨ। ਇਸ ਤਰ੍ਹਾਂ ਕੇਵਲ ਮੂਰਖ ਕਹਿੰਦੇ ਨੇ। ਜੀਵਨ ਵਾਲੇ ਲਈ ਬੁੱਧੀ ਦਾ ਹੋਣਾ ਚੰਗਾ ਹੈ, ਇਹ ਵਿਰਸਾ ਮਿਲਣ ਦੇ ਬਰਾਬਰ ਹੈ। ਬੁੱਧੀ ਧਨ ਦੇ ਵਾਂਗੂ ਸੁਰੱਖਿਅਤ ਦਿੰਦੀ ਹੈ, ਕਿਉਂਕਿ ਉਹ ਤੁਹਾਨੂੰ ਸੁਰੱਖਿਅਤ ਰੱਖਦੀ ਹੈ। ਇਹੀ ਸਮਝ ਦਾ ਲਾਭ ਹੈ। ਪਰਮੇਸ਼ਰ ਦੇ ਕੰਮਾਂ ਉੱਤੇ ਵਿਚਾਰ ਕਰੋ। ਜਿਸ ਨੂੰ ਪਰਮੇਸ਼ਰ ਨੇ ਵਿੰਗਾ ਬਣਾਇਆ ਹੈ, ਉਸ ਨੂੰ ਕੌਣ ਸਿੱਧਾ ਕਰ ਸਕਦਾ ਹੈ। ਜਦੋਂ ਤੇਰੇ ਤੇ ਚੰਗੇ ਦਿਨ ਆਉਣ ਤਾਂ ਆਨੰਦ ਕਰ, ਅਤੇ ਜਦੋਂ ਮਾੜੇ ਦਿਨ ਆਉਣ ਤਾਂ ਇਹ ਯਾਦ ਰੱਖ ਕਿ ਪਰਮੇਸ਼ਰ ਸੁੱਖ ਤੇ ਦੁੱਖ ਦੋਵਾਂ ਦਾ ਘੱਲਣ ਵਾਲਾ ਹੈ। ਕੋਈ ਮਨੁੱਖ ਨਹੀਂ ਜਾਣ ਸਕਦਾ ਕਿ ਉਸ ਨਾਲ ਅੱਗੇ ਕੀ ਹੋਵੇਗਾ। ਮੇਰਾ ਜੀਵਨ ਵਿਅਰਥ ਹੈ, ਜਿਸ ਵਿੱਚ ਮੈਂ ਇਹ ਵੀ ਦੇਖਿਆ ਹੈ ਕਿ ਮਨੁੱਖ ਆਪਣੇ ਭਲੇ ਹੋਣ ਤੇ ਵੀ ਮਰ ਜਾਂਦਾ ਹੈ, ਪਰ ਦੁਸ਼ਟ ਆਪਣੀ ਦੁਸ਼ਟਤਾ ਦੇ ਵਿੱਚ ਵੀ ਵਾਧਾ ਫੁੱਲਦਾ ਹੈ। ਇਸ ਲਈ ਤੂੰ ਨਾ ਬਹੁਤ ਭਲਾ ਬਣ ਅਤੇ ਨਾ ਹੀ ਬੁੱਧੀਮਾਨ। ਇਸ ਤਰ੍ਹਾਂ ਕਰਨ ਤੇ ਤੂੰ ਆਪਣੇ ਆਪ ਨੂੰ ਨਾਸ਼ ਨਾ ਕਰ। ਤੂੰ ਨਾ ਅਧਿਕ ਦੁਸ਼ਟਤਾ ਕਰ ਅਤੇ ਨਾ ਹੀ ਮੂਰਖਤਾ। ਇਸ ਤਰ੍ਹਾਂ ਕਰਨ ਦੁਆਰਾ ਤੂੰ ਆਪਣੇ ਆਪ ਨੂੰ ਸਮੇਂ ਤੋਂ ਪਹਿਲਾਂ ਮੌਤ ਦੇ ਮੂੰਹ ਵਿੱਚ ਨਾ ਘੱਲ ਦੇ। ਸੋ ਤੂੰ ਇਹਨਾਂ ਦੋਹਾਂ ਪੱਖਾਂ ਵੱਲ ਅਧਿਕ ਨਾ ਵੱਧ। ਜੋ ਮਨੁੱਖ ਡਰਦਾ ਹੈ ਉਹ ਇਹਨਾਂ ਸਭ ਕਠਿਨਾਈਆਂ ਉੱਤੇ ਸਫਲਤਾ ਪ੍ਰਾਪਤ ਕਰਦਾ ਹੈ। ਬੁੱਧ ਇੱਕ ਮਨੁੱਖ ਨੂੰ ਸ਼ਹਿਰ ਵਿੱਚ ਰਹਿ ਰਹੇ 10 ਸ਼ਾਸਕਾਂ ਨਾਲੋਂ ਵੀ ਅਧਿਕ ਸ਼ਕਤੀਸ਼ਾਲੀ ਬਣਾਉਂਦੀ ਹੈ। ਧਰਤੀ ਉੱਤੇ ਕੋਈ ਇਹੋ ਜਿਹਾ ਭਲਾ ਆਦਮੀ ਨਹੀਂ ਹੈ ਜੋ ਕਦੀ ਪਾਪ ਨਹੀਂ ਕਰਦਾ। ਲੋਕ ਹਮੇਸ਼ਾ ਤੇਰੇ ਬਾਰੇ ਜੋ ਕਹਿਣ ਉਸ ਉੱਤੇ ਧਿਆਨ ਨਾ ਦੇ। ਹੋ ਸਕਦਾ ਹੈ ਕਦੀ ਤੇਰਾ ਨੌਕਰ ਵੀ ਤੇਰਾ ਅਪਮਾਨ ਕਰੇ, ਪਰ ਉਸ ਸਮੇਂ ਯਾਦ ਕਰ ਕਿੰਨੀ ਹੀ ਵਾਰ ਤੂੰ ਕਈ ਲੋਕਾਂ ਦਾ ਅਪਮਾਨ ਕੀਤਾ ਹੈ। ਇਸ ਲਈ ਸਭ ਨੂੰ ਮੈਂ ਆਪ ਆਪਣੀ ਬੁੱਧੀ ਨਾਲ ਪਰਖ ਚੁੱਕਾ ਹਾਂ। ਮੈਂ ਇਹ ਕਿਹਾ ਕਿ ਮੈਂ ਬੁੱਧੀਮਾਨ ਬਣਾਂਗਾ, ਪਰ ਬੁੱਧੀ ਮੇਰੇ ਤੋਂ ਦੂਰ ਹੀ ਰਹੀ। ਜੀਵਨ ਦੇ ਡੂੰਘੇ ਅਰਥਾਂ ਨੂੰ ਕੌਣ ਸਮਝ ਸਕਦਾ ਹੈ। ਇਸ ਦੇ ਅਰਥ ਅਸਲ ਵਿੱਚ ਬਹੁਤ ਹੀ ਡੂੰਘੇ ਹਨ, ਜਿਸ ਨੂੰ ਸਮਝਣਾ ਬਹੁਤ ਹੀ ਕਠਿਨ ਹੈ। ਪਰ ਮੈਂ ਬੁੱਧੀ ਨੂੰ ਜਾਣਨ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਇਹ ਵੀ ਕਿ ਸਭ ਦਾ ਸਾਰ ਕੀ ਹੈ, ਤਾਂ ਜੋ ਮੈਂ ਜਾਣਾ ਕਿ ਦੁਸ਼ਟਤਾ ਤੇ ਮੂਰਖਤਾ ਕੇਵਲ ਅਧਰਮ ਅਤੇ ਪਾਗਲਪਣ ਹਨ। ਮੈਂ ਮੌਤ ਤੋਂ ਵੀ ਕੜਵੀ ਚੀਜ਼ ਦੀ ਜਾਣਕਾਰੀ ਪ੍ਰਾਪਤ ਕੀਤੀ, ਅਰਥਾਤ ਔਰਤ। ਔਰਤ ਦਾ ਪਿਆਰ ਤੇਰੇ ਲਈ ਫੰਦੇ ਜਾਂ ਜਾਲ ਦੇ ਵਿੱਚ ਫਸਣ ਦੇ ਬਰਾਬਰ ਹੈ। ਉਸ ਦੀਆਂ ਬਾਹਾਂ
तेरे गिरद जंजीरां हन। पर जो आदमी परमेश्वर नूं खुश रखदा है वो बच सकदा है, पर वो एक पापी नूं जकड़ लैंदी है। उपदेशक दा कहना है कि इन्हां सब दी जानकारी एक एक करके प्राप्त कीती है ਜਦੋਂ मैं जीवन प्रश्नां दे उत्तर ਲੱਭ ਰਿਹਾ ਸਾਂ। मैं होर इस दे उल्ट ਲੱਭਣ ਦੀ ਕੋਸ਼ਿਸ਼ ਕੀਤੀ, पर ਉਹ ਮੈਨੂੰ ना मिल सकिया। हजारां आदमियां ਵਿੱਚੋਂ एक आदमी ਮੈਨੂੰ आदर ਦੇ ਯੋਗ मिल सकदा है, पर हजारां औरतां ਵਿੱਚੋਂ एक औरत भी आदर ਦੇ ਯੋਗ नहीं है। ਸਭ ਦਾ ਸਿੱਟਾ मैं ਇਹ ਕੱਢਿਆ, परमेश्वर ने मनुख ਨੂੰ बिल्कुल ਸਿੱਧਾ ਬਣਾਇਆ, पर मनुख ने ਆਪਣੇ ਆਪ ਨੂੰ ਬਹੁਤ ਪੇਚੀਦਾ ਬਣਾ ਲਿਆ ਹੈ। ਉਪਦੇਸ਼ਕ ਦੀ ਪੋਥੀ ਅਧਿਆਇ 8। ਬੁੱਧੀਮਾਨ ਮਨੁੱਖ ਵਰਗਾ ਕੌਣ ਹੋ ਸਕਦਾ ਹੈ? ਉਹ ਕੇਵਲ ਕਿਸੇ ਚੀਜ਼ ਦੇ ਠੀਕ ਅਰਥ ਜਾਣਦਾ ਹੈ। ਬੁੱਧੀ ਉਸ ਨੂੰ ਖੁਸ਼ ਰੱਖਦੀ ਹੈ ਅਤੇ ਉਸ ਦੇ ਦਿਲ ਦੀ ਕਠੋਰਤਾ ਨੂੰ ਦੂਰ ਕਰਦੀ ਹੈ। ਰਾਜਾ ਦੇ ਆਗਿਆਕਾਰੀ ਬਣੋ। ਤੂੰ ਰਾਜਾ ਦੀ ਆਗਿਆ ਨੂੰ ਮੰਨ ਅਤੇ ਇਸ ਤਰ੍ਹਾਂ ਤੂੰ ਪਰਮੇਸ਼ਰ ਸਾਹਮਣੇ ਆਪਣੀ ਕੀਤੀ ਪ੍ਰਤਿੱਗਿਆ ਪੂਰੀ ਕਰੇਗਾ। ਰਾਜਾ ਕੁਝ ਵੀ ਕਰ ਸਕਦਾ ਹੈ, ਇਸ ਲਈ ਉਸ ਦੇ ਸਾਹਮਣੇ ਅਧਿਕ ਦੇਰ ਤੱਕ ਨਾ ਰਹਿ। ਤੂੰ ਇਸ ਖਤਰਨਾਕ ਥਾਂ ਤੇ ਨਾ ਖੜਾ ਰਹਿ। ਰਾਜਾ ਕੁਝ ਵੀ ਕਹਿ ਸਕਦਾ ਹੈ, ਉਸ ਨੂੰ ਇਸ ਦਾ ਪੂਰਾ ਅਧਿਕਾਰ ਹੈ। ਕੋਈ ਮਨੁੱਖ ਵੀ ਉਸ ਦੀ ਆਗਿਆ ਦੀ ਉਲੰਘਣਾ ਨਹੀਂ ਕਰ ਸਕਦਾ ਹੈ। ਸੋ ਜਦੋਂ ਤੱਕ ਤੂੰ ਰਾਜਾ ਦੀ ਆਗਿਆ ਮੰਨਦਾ ਹੈ, ਤੂੰ ਸੁਰੱਖਿਅਤ ਹੈ ਅਤੇ ਬੁੱਧੀਮਾਨ ਮਨੁੱਖ ਜਾਣਦਾ ਹੈ ਕਿ ਕਿਸ ਸਮੇਂ ਕੀ ਕਰਨਾ ਚਾਹੀਦਾ ਹੈ। ਹਰ ਕੰਮ ਦੇ ਲਈ ਠਹਿਰਾਇਆ ਸਮਾਂ ਤੇ ਰਾਹ ਹੈ, ਪਰ ਮਨੁੱਖ ਇਸ ਸੰਬੰਧ ਵਿੱਚ ਬਹੁਤ ਘੱਟ ਜਾਣਦਾ ਹੈ। ਕੋਈ ਮਨੁੱਖ ਨਹੀਂ ਜਾਣਦਾ ਕਿ ਕੀ ਹੋਵੇਗਾ ਅਤੇ ਨਾ ਹੀ ਇਸ ਸੰਬੰਧ ਵਿੱਚ ਕੋਈ ਦੂਜਾ ਮਨੁੱਖ ਦੱਸ ਸਕਦਾ ਹੈ। ਕੋਈ ਮਨੁੱਖ ਆਪਣੇ ਆਪ ਨੂੰ ਮਰਨ ਤੋਂ ਬਚਾ ਨਹੀਂ ਸਕਦਾ ਜਾਂ ਆਪਣੀ ਮੌਤ ਦੇ ਦਿਨ ਨੂੰ ਟਾਲ ਨਹੀਂ ਸਕਦਾ ਹੈ। ਇਹ ਤਾਂ ਇੱਕ ਲੜਾਈ ਹੈ ਜਿਸ ਵੱਲੋਂ ਅਸੀਂ ਆਪਣਾ ਮੂੰਹ ਮੋੜ ਨਹੀਂ ਸਕਦੇ। ਦੁਸ਼ਟ ਮਨੁੱਖ ਅਤੇ ਭਲਾ ਮਨੁੱਖ। ਮੈਂ ਵਿਚਾਰ ਕਰਦੇ ਸਮੇਂ ਇਹ ਸਭ ਚੀਜ਼ਾਂ ਦੇਖੀਆਂ ਜੋ ਇਸ ਸੰਸਾਰ ਵਿੱਚ ਹੋ ਰਹੀਆਂ ਹਨ, ਜਿੱਥੇ ਕੁਝ ਮਨੁੱਖਾਂ ਕੋਲ ਤਾਂ ਸ਼ਕਤੀ ਹੈ, ਪਰ ਕੁਝ ਦੂਜੇ ਉਹਨਾਂ ਸ਼ਕਤੀਸ਼ਾਲੀਆਂ ਦਾ ਅਤਿਆਚਾਰ ਸਹਿ ਰਹੇ ਹਨ। ਤਦ ਮੈਂ ਇਹ ਵੀ ਦੇਖਿਆ ਕਿ ਦੁਸ਼ਟ ਮਨੁੱਖ ਕਬਰਾਂ ਵਿੱਚ ਦਫਨਾਏ ਜਾ ਰਹੇ ਹਨ, ਪਰ ਉਹਨਾਂ ਦੇ ਦਫਨਾਉਣ ਵਾਲੇ ਕਬਰਸਤਾਨ ਤੋਂ ਵਾਪਸ ਆਉਂਦੇ ਸਮੇਂ ਉਹਨਾਂ ਨਗਰਾਂ ਵਿੱਚ ਹੀ ਉਹਨਾਂ ਦਫਨਾਇਆ ਜਾਣ ਵਾਲਿਆਂ ਦੀ ਮਹਿਮਾ ਕਰਦੇ ਹਨ ਜਿੱਥੇ ਉਹਨਾਂ ਦੁਸ਼ਟਤਾ ਭਰੇ ਕੰਮ ਕੀਤੇ ਸਨ। ਇਹ ਤਾਂ ਵਿਅਰਥ ਹੈ। ਲੋਕ ਅਪਰਾਧ ਲਗਾਤਾਰ ਕਰਦੇ ਰਹਿੰਦੇ ਹਨ ਕਿਉਂਕਿ ਅਪਰਾਧੀ ਨੂੰ ਲੋੜੀਂਦੀ ਸਜ਼ਾ ਨਹੀਂ ਦਿੱਤੀ ਜਾਂਦੀ ਹੈ। ਪਾਪੀ ਸੈਂਕੜੇ ਪਾਪ ਕਰਨ ਤੇ ਵੀ ਲੰਮੀ ਉਮਰ ਗੁਜ਼ਾਰ ਸਕਦਾ ਹੈ, ਪਰ ਲੋਕ ਫਿਰ ਵੀ ਕਹਿੰਦੇ ਹਨ ਅੰਤ ਭਲਾ ਉਹਨਾਂ ਲੋਕਾਂ ਦਾ ਹੀ ਹੋਵੇਗਾ ਜੋ ਪਰਮੇਸ਼ਰ ਤੋਂ ਡਰਦੇ ਹਨ। ਪਰ ਇਸ ਤਰ੍ਹਾਂ ਦੁਸ਼ਟਾਂ ਨਾਲ ਨਹੀਂ ਹੋਵੇਗਾ ਕਿਉਂਕਿ ਉਹ ਪਰਮੇਸ਼ਰ ਤੋਂ ਡਰਦੇ ਨਹੀਂ ਹਨ। ਪਰ ਇਸ ਤਰ੍ਹਾਂ ਕਹਿਣਾ ਵੀ ਵਿਅਰਥ ਹੈ ਕਿਉਂਕਿ ਇਸ ਸੰਸਾਰ ਵਿੱਚ ਸਭ ਕੁਝ ਉਲਟ ਹੁੰਦਾ ਦਿਖਾਈ ਦਿੰਦਾ ਹੈ। ਇੱਥੇ ਭਲੇ ਮਨੁੱਖ ਨੂੰ ਦੁਸ਼ਟ ਵਾਲੀ ਸਜ਼ਾ ਮਿਲਦੀ ਹੈ ਅਤੇ ਦੁਸ਼ਟ ਨੂੰ ਭਲੇ ਵਾਲਾ ਚੰਗਾ ਬਦਲਾ ਮਿਲਦਾ ਹੈ। ਇਸ ਲਈ ਮੈਂ ਕਹਿੰਦਾ ਹਾਂ ਕਿ ਇਹ ਵੀ ਵਿਅਰਥ ਹੈ। ਸੋ ਮੇਰਾ ਅੰਤ ਵਿੱਚ ਸਿੱਟੇ ਦੇ ਤੌਰ ਤੇ ਇਹ ਕਹਿਣਾ ਹੈ, ਮਨੁੱਖ ਨੂੰ ਇਸ ਜੀਵਨ ਵਿੱਚ ਚੰਗੀ ਤਰ੍ਹਾਂ ਆਨੰਦ ਮਾਣਨਾ ਅਤੇ ਖਾਣਾ ਪੀਣਾ ਚਾਹੀਦਾ ਹੈ ਕਿਉਂਕਿ ਜਦੋਂ ਉਹ ਮਿਹਨਤ ਕਰਦਾ ਹੈ ਤਾਂ ਉਹ ਇਹ ਵੀ ਕਰ ਸਕਦਾ ਜੋ ਪਰਮੇਸ਼ਰ ਨੇ ਉਸ ਨੂੰ ਇਸ ਸੰਸਾਰ ਵਿੱਚ ਦਿੱਤਾ ਹੈ। ਜਦੋਂ ਵੀ ਮੈਂ ਬੁੱਧੀਮਾਨ ਬਣ ਕੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਸੰਸਾਰ ਵਿੱਚ ਕੀ ਹੋ ਰਿਹਾ ਹੈ, ਤਾਂ ਮੈਂ ਇਹੀ ਜਾਣਿਆ ਹੈ ਕਿ ਮਨੁੱਖ ਰਾਤ ਦਿਨ ਜਾਗ ਸਕਦਾ ਹੈ, ਪਰ ਉਹ ਇਹ ਕਦੀ ਵੀ ਨਹੀਂ ਜਾਣ ਸਕਦਾ ਕਿ ਪਰਮੇਸ਼ਰ ਸੰਸਾਰ ਵਿੱਚ ਕੀ ਕਰ ਰਿਹਾ ਹੈ। ਇਹ ਜਾਣਨ ਦੇ ਲਈ ਮਨੁੱਖ ਕਿੰਨੀ ਵੀ ਕੋਸ਼ਿਸ਼ ਕਰੇ ਪਰ ਉਹ ਨਹੀਂ ਜਾਣ ਸਕਦਾ ਹੈ। ਬੁੱਧੀਮਾਨ ਮਨੁੱਖ ਦਾਅਵਾ ਜ਼ਰੂਰ ਕਰ ਸਕਦਾ ਹੈ ਕਿ ਉਹ ਜਾਣ ਸਕਦਾ ਹੈ, ਪਰ ਉਹ ਇਹ ਕਦੀ ਵੀ ਨਹੀਂ ਕਰ ਸਕੇਗਾ।
ਉਪਦੇਸ਼ਕ ਦੀ ਪੋਥੀ ਅਧਿਆਇ 9। ਮੈਂ ਬਹੁਤ ਪਹਿਲਾਂ ਇਸ ਬਾਰੇ ਪੂਰੀ ਡੂੰਘਾਈ ਨਾਲ ਸੋਚਿਆ ਅਤੇ ਦੇਖਿਆ ਕਿ ਪਰਮੇਸ਼ਰ ਸਮਝਦਾਰ ਅਤੇ ਬੁੱਧੀਮਾਨ ਮਨੁੱਖਾਂ ਦੇ ਕੰਮਾਂ ਵਿੱਚ ਉਹਨਾਂ ਦੀ ਅਗਵਾਈ ਕਰਦਾ ਹੈ, ਇੱਥੋਂ ਤੱਕ ਕਿ ਉਹਨਾਂ ਦੇ ਪਿਆਰ ਅਤੇ ਘਿਰਣਾ ਦੇ ਮਾਮਲਿਆਂ ਵਿੱਚ ਵੀ। ਪਰ ਕੋਈ ਵੀ ਨਹੀਂ ਜਾਣਦਾ ਕਿ ਉਸ ਦੇ ਅੱਗੇ ਕੀ ਹੋਣ ਵਾਲਾ ਹੈ। ਪਰ ਸਭ ਦਾ ਅੰਤ ਤਾਂ ਇੱਕੋ ਜਿਹਾ ਹੀ ਹੈ, ਭਲੇ ਤੇ ਦੁਸ਼ਟ ਦਾ, ਚੰਗੇ ਤੇ ਬੁਰੇ ਦਾ, ਧਰਮੀ ਤੇ ਅਧਰਮੀ ਦਾ, ਬਲੀ ਚੜਾਉਣ ਵਾਲੇ ਦਾ ਅਤੇ ਨਾ ਬਲੀ ਚੜਾਉਣ ਵਾਲੇ ਦਾ। ਭਲਾ ਆਦਮੀ ਕਿਸੇ ਤਰ੍ਹਾਂ ਵੀ ਪਾਪੀ ਤੋਂ ਚੰਗਾ ਨਹੀਂ ਹੈ, ਅਤੇ ਨਾ ਹੀ ਸਹੁੰ ਚੁੱਕਣ ਵਾਲਾ ਉਸ ਤੋਂ ਜੋ ਸਹੁੰ ਨਹੀਂ ਚੁੱਕਦਾ ਹੈ। ਸਭ ਨਾਲ ਸੰਸਾਰ ਵਿੱਚ ਇੱਕੋ ਜਿਹਾ ਵਾਪਰਦਾ ਹੈ। ਇਹ ਵੀ ਤਾਂ ਇੱਕ ਬੁਰਾਈ ਹੈ। ਜਦੋਂ ਤੱਕ ਲੋਕ ਜਿਉਂਦੇ ਰਹਿੰਦੇ ਹਨ, ਉਹਨਾਂ ਦੇ ਮਨ ਬੁਰਾਈ ਅਤੇ ਮੂਰਖਤਾ ਨਾਲ ਭਰੇ ਰਹਿੰਦੇ ਹਨ, ਅਤੇ ਅੰਤ ਉਹ ਅਚਾਨਕ ਮਰ ਜਾਂਦੇ ਹਨ। ਜੋ ਕੋਈ ਸੰਸਾਰ ਵਿੱਚ ਜਿਉਂਦਾ ਰਹਿੰਦਾ ਹੈ, ਉਸ ਨੂੰ ਜਿਉਂਦਿਆਂ ਵਾਲੀ ਉਮੀਦ ਹੈ। ਜਿਉਂਦਾ ਕੁੱਤਾ ਮਰੇ ਸ਼ੇਰ ਨਾਲੋਂ ਚੰਗਾ ਹੈ। ਜਿਉਂਦੇ ਜਾਣਦੇ ਹਨ ਕਿ ਉਹ ਮਰਨ ਵਾਲੇ ਹਨ, ਪਰ ਮੁਰਦੇ ਕੁਝ ਵੀ ਨਹੀਂ ਜਾਣਦੇ। ਉਹਨਾਂ ਨੂੰ ਕਿਸੇ ਤਰ੍ਹਾਂ ਦਾ ਬਦਲਾ ਨਹੀਂ ਮਿਲ ਸਕਦਾ, ਕਿਉਂਕਿ ਉਹ ਬਿਲਕੁਲ ਭੁਲਾਏ ਜਾ ਚੁੱਕੇ ਹਨ। ਉਹਨਾਂ ਦਾ ਪਿਆਰ, ਘਿਰਣਾ ਅਤੇ ਭਾਵਨਾਵਾਂ ਸਭ ਕੁਝ ਉਹਨਾਂ ਦੀ ਮੌਤ ਦੇ ਨਾਲ ਹੀ ਮਰ ਚੁੱਕੀਆਂ ਹਨ। ਉਹ ਇਸ ਸੰਸਾਰ ਵਿੱਚ ਹੋਣ ਵਾਲੇ ਕਿਸੇ ਹੋਰ ਕੰਮ ਵਿੱਚ ਹਿੱਸਾ ਨਹੀਂ ਲੈਣਗੇ। ਸੋ ਤੁਸੀਂ ਜਾਓ, ਖੁਸ਼ੀ ਨਾਲ ਆਪਣਾ ਭੋਜਨ ਕਰੋ, ਦਾਖਸਾਰ ਪੀਓ ਅਤੇ ਆਨੰਦ ਮਨਾਓ। ਪਰਮੇਸ਼ਰ ਨੇ ਜੋ ਤੁਸੀਂ ਕਰਦੇ ਹੋ ਪਹਿਲਾਂ ਹੀ ਸਵੀਕਾਰ ਕਰ ਲਿਆ ਹੈ। ਸਾਫ਼ ਸੁਥਰੇ ਕੱਪੜੇ ਪਹਿਨੋ ਅਤੇ ਆਪਣੇ ਸਿਰ ਨੂੰ ਹਮੇਸ਼ਾ ਤੇਲ ਲਾ ਕੇ ਰੱਖੋ। ਤੁਹਾਨੂੰ ਇਹ ਵਿਅਰਥ ਜੀਵਨ ਪਰਮੇਸ਼ਰ ਨੇ ਇਸ ਸੰਸਾਰ ਵਿੱਚ ਰਹਿਣ ਲਈ ਦਿੱਤਾ ਹੈ। ਇਸ ਲਈ ਤੁਸੀਂ ਆਪਣੀ ਪਿਆਰੀ ਪਤਨੀ ਨਾਲ ਪਿਆਰ ਕਰਦੇ ਹੋਏ ਇਸ ਜੀਵਨ ਦੇ ਸਭ ਦਿਨ ਗੁਜ਼ਾਰੋ, ਕਿਉਂਕਿ ਇਹੀ ਤੁਹਾਡੀ ਮਿਹਨਤ ਦਾ ਫਲ ਹੈ। ਜੋ ਕੁਝ ਵੀ ਤੁਸੀਂ ਕਰੋ, ਪੂਰੀ ਮਿਹਨਤ ਨਾਲ ਕਰੋ, ਕਿਉਂਕਿ ਮੁਰਦਿਆਂ ਦੇ ਸੰਸਾਰ ਵਿੱਚ ਜਿੱਥੇ ਤੁਸੀਂ ਜਾ ਰਹੇ ਹੋ, ਨਾ ਕੋਈ ਕੰਮ, ਨਾ ਵਿਚਾਰ, ਨਾ ਗਿਆਨ ਅਤੇ ਨਾ ਬੁੱਧੀ ਹੋਵੇਗੀ। ਮੈਂ ਇਸ ਸੰਸਾਰ ਵਿੱਚ ਇੱਕ ਗੱਲ ਹੋਰ ਹੁੰਦੀ ਦੇਖੀ। ਤੇਜ਼ ਦੌੜਨ ਵਾਲਾ ਹਮੇਸ਼ਾ ਪਹਿਲੇ ਦਰਜੇ ਤੇ ਨਹੀਂ ਆਉਂਦਾ। ਬਹਾਦਰ ਹਮੇਸ਼ਾ ਲੜਾਈ ਵਿੱਚ ਜਿੱਤਦਾ ਨਹੀਂ। ਬੁੱਧੀਮਾਨ ਹਮੇਸ਼ਾ ਰੋਟੀ ਨਹੀਂ ਕਮਾਉਂਦੇ। ਸਮਝਦਾਰ ਹਮੇਸ਼ਾ ਉੱਚੀ ਪਦਵੀ ਤੇ ਨਹੀਂ ਪਹੁੰਚਦਾ। ਹਰ ਕਿਸੇ ਉੱਤੇ ਬੁਰਾ ਸਮਾਂ ਆਉਂਦਾ ਹੈ। ਕੋਈ ਨਹੀਂ ਜਾਣਦਾ ਕਿ ਉਸ ਦਾ ਸਮਾਂ ਕਿਸ ਸਮੇਂ ਆ ਜਾਵੇ। ਜਿਸ ਤਰ੍ਹਾਂ ਅਚਾਨਕ ਮੱਛੀ ਜਾਲ ਵਿੱਚ ਫਸ ਜਾਂਦੀ ਹੈ ਅਤੇ ਪੰਛੀ ਫਾਹੀ ਵਿੱਚ ਫਸ ਜਾਂਦੇ ਹਨ, ਅਸੀਂ ਵੀ ਬੁਰੇ ਸਮੇਂ ਦੇ ਜਾਲ ਵਿੱਚ ਫਸ ਜਾਂਦੇ ਹਾਂ ਜੋ ਸਾਡੇ ਉੱਤੇ ਅਚਾਨਕ ਆ ਡਿੱਗਦਾ ਹੈ। ਬੁੱਧੀ ਤੇ ਮੂਰਖਤਾ ਉੱਤੇ ਵਿਚਾਰ। ਇਸ ਸੰਸਾਰ ਵਿੱਚ ਮੈਂ ਬੁੱਧੀਮਤਾ ਦੀ ਇੱਕ ਉਦਾਹਰਣ ਵੀ ਦੇਖੀ ਹੈ। ਇੱਕ ਛੋਟਾ ਜਿਹਾ ਨਗਰ ਸੀ ਜਿਸ ਵਿੱਚ ਥੋੜੇ ਜਿਹੇ ਲੋਕ ਰਹਿੰਦੇ ਸਨ, ਪਰ ਉਸ ਉੱਤੇ ਇੱਕ ਵਾਰ ਇੱਕ ਸ਼ਕਤੀਸ਼ਾਲੀ ਰਾਜਾ ਨੇ ਚੜ੍ਹਾਈ ਕਰ ਦਿੱਤੀ ਅਤੇ ਉਸ ਨੂੰ ਘੇਰ ਲਿਆ। ਉਹ ਰਾਜਾ ਉਸ ਨਗਰ ਦੀਆਂ ਕੰਧਾਂ ਢਾਉਣਾ ਚਾਹੁੰਦਾ ਸੀ। ਉਸ ਨਗਰ ਵਿੱਚ ਇੱਕ ਗਰੀਬ ਆਦਮੀ ਰਹਿੰਦਾ ਸੀ, ਪਰ ਉਹ ਇੰਨਾ ਚਤੁਰ ਸੀ ਕਿ ਉਸਨੇ ਉਸ ਨਗਰ ਨੂੰ ਬਚਾ ਲਿਆ। ਪਰ ਫਿਰ ਵੀ ਕਿਸੇ ਨੇ ਉਸ ਗਰੀਬ ਆਦਮੀ ਨੂੰ ਯਾਦ ਨਾ ਕੀਤਾ। ਮੈਂ ਹਮੇਸ਼ਾ ਕਹਿੰਦਾ ਹਾਂ ਕਿ ਬੁੱਧੀ ਬਲ ਨਾਲੋਂ ਅਧਿਕ ਚੰਗੀ ਹੈ, ਪਰ ਕੋਈ ਇੱਕ ਗਰੀਬ ਆਦਮੀ ਦੀ ਪਰਵਾਹ ਨਹੀਂ ਕਰਦਾ ਜਾਂ ਉਸਦੇ ਕਹੇ ਉੱਤੇ ਧਿਆਨ ਨਹੀਂ ਕਰਦਾ ਹੈ। ਇੱਕ ਬੁੱਧੀਮਾਨ ਦੇ ਚੁੱਪ ਚਪੀਤੇ ਸ਼ਬਦ ਸੁਣਨਾ ਮੂਰਖ ਦੀ ਬੈਠਕ ਵਿੱਚ ਉਹਨਾਂ ਦੇ ਸ਼ਾਸਕ ਦਾ ਰੌਲਾ ਸੁਣਨ ਨਾਲੋਂ ਚੰਗਾ ਹੈ। ਬੁੱਧੀ ਲੜਾਈ ਦੇ ਹਥਿਆਰਾਂ ਨਾਲੋਂ ਚੰਗੀ ਹੈ, ਪਰ ਇੱਕ ਮੂਰਖ ਮਨੁੱਖ ਬਹੁਤ ਸਾਰੀ ਭਲਾਈ ਨੂੰ ਨਾਸ਼ ਕਰ ਸਕਦਾ ਹੈ। ਉਪਦੇਸ਼ਕ ਦੀ ਪੋਥੀ ਅਧਿਆਇ 10। ਮਰੀਆਂ ਮੱਖੀਆਂ ਇੱਕ ਬਹੁਮੁੱਲੀ ਸੁਗੰਧਤ ਤੇਲ ਦੀ ਭਰੀ ਸ਼ੀਸ਼ੀ ਨੂੰ ਦੁਰਗੰਧਿਤ ਕਰ ਦਿੰਦੀਆਂ ਹਨ।
ਇਸੇ ਤਰ੍ਹਾਂ ਇੱਕ ਛੋਟੀ ਜਿਹੀ ਮੂਰਖਤਾ ਭਰੀ ਗਲਤੀ ਬੁੱਧੀ ਤੇ ਆਦਰ ਨੂੰ ਖਤਮ ਕਰ ਸਕਦੀ ਹੈ। ਬੁੱਧੀਮਾਨ ਦਾ ਮਨ ਹਮੇਸ਼ਾ ਭਲਾਈ ਕਰਨ ਨੂੰ ਚਾਹੁੰਦਾ ਹੈ, ਪਰ ਮੂਰਖ ਦਾ ਮਨ ਹਮੇਸ਼ਾ ਬੁਰਾਈ ਕਰਨਾ ਚਾਹੁੰਦਾ ਹੈ। ਮੂਰਖ ਸੜਕ ਉੱਤੇ ਜਾਂਦਾ ਵੀ ਆਪਣੀ ਮੂਰਖਤਾ ਹਰ ਇੱਕ ਉੱਤੇ ਪ੍ਰਗਟ ਕਰਦਾ ਜਾਂਦਾ ਹੈ ਅਤੇ ਉਹ ਹਰ ਇੱਕ ਨੂੰ ਆਪ ਹੀ ਦੱਸਦਾ ਜਾਂਦਾ ਹੈ ਕਿ ਮੈਂ ਮੂਰਖ ਹਾਂ। ਜੇਕਰ ਤੇਰਾ ਸ਼ਾਸਕ ਤੇਰੇ ਨਾਲ ਕ੍ਰੋਧਿਤ ਹੋਵੇ ਤਾਂ ਤੂੰ ਆਪਣਾ ਤਿਆਗ ਪੱਤਰ ਨਾ ਦੇ, ਕਿਉਂਕਿ ਤੇਰੇ ਚੁੱਪ ਰਹਿਣ ਨਾਲ ਤੇਰੀ ਵੱਡੀ ਗਲਤੀ ਵੀ ਮਾਫ ਹੋ ਸਕਦੀ ਹੈ। ਸੰਸਾਰ ਵਿੱਚ ਮੈਂ ਇੱਕ ਹੋਰ ਅਨਿਆਏ ਹੁੰਦਾ ਦੇਖਿਆ, ਜਿਸ ਦੇ ਸ਼ਾਸਕ ਜ਼ਿੰਮੇਵਾਰ ਹਨ। ਮੂਰਖਾਂ ਨੂੰ ਉੱਚੀਆਂ ਪਦਵੀਆਂ ਦਿੱਤੀਆਂ ਜਾਂਦੀਆਂ ਹਨ, ਪਰ ਅਮੀਰਾਂ ਦੀ ਕੋਈ ਪਰਵਾਹ ਨਹੀਂ ਕੀਤੀ ਜਾਂਦੀ ਹੈ। ਗੁਲਾਮਾਂ ਨੂੰ ਹਮੇਸ਼ਾ ਮੈਂ ਘੋੜਿਆਂ ਦੀ ਸਵਾਰੀ ਕਰਦੇ ਦੇਖਿਆ ਹੈ, ਪਰ ਸਰਦਾਰ ਲੋਕ ਗੁਲਾਮਾਂ ਦੇ ਵਾਂਗ ਪੈਦਲ ਚੱਲਦੇ ਹਨ। ਟੋਇਆ ਪੁੱਟਣ ਵਾਲਾ ਆਪ ਹੀ ਉਸ ਵਿੱਚ ਡਿੱਗ ਪੈਂਦਾ ਹੈ ਅਤੇ ਕੰਧ ਤੋੜਨ ਵਾਲੇ ਨੂੰ ਸੱਪ ਲੜ ਜਾਂਦਾ ਹੈ। ਪੱਥਰ ਤੋੜਨ ਵਾਲੇ ਨੂੰ ਪੱਥਰ ਨਾਲ ਹੀ ਸੱਟ ਲੱਗਦੀ ਹੈ ਅਤੇ ਲੱਕੜਾਂ ਚੀਰਨ ਵਾਲੇ ਨੂੰ ਲੱਕੜ ਤੋਂ ਹੀ ਖਤਰਾ ਪੈਦਾ ਹੋ ਜਾਂਦਾ ਹੈ। ਜੇਕਰ ਤੁਹਾਡਾ ਕੁਹਾੜਾ ਖੁੰਡਾ ਹੈ ਅਤੇ ਉਸ ਨੂੰ ਤੁਸੀਂ ਤਿੱਖਿਆ ਨਹੀਂ ਕਰਦੇ ਹੋ ਤਾਂ ਤੁਹਾਨੂੰ ਉਸ ਨੂੰ ਵਰਤਣ ਸਮੇਂ ਬਹੁਤ ਜ਼ੋਰ ਲਾਉਣਾ ਪਵੇਗਾ। ਸੱਪ ਦੇ ਪਹਿਲਾਂ ਹੀ ਲੜ ਜਾਣ ਤੇ ਉਸ ਦੇ ਮੰਤਰ ਸਿੱਖਣ ਦਾ ਕੋਈ ਲਾਭ ਨਹੀਂ ਹੈ। ਬੁੱਧੀਮਾਨ ਦੀਆਂ ਗੱਲਾਂ ਉਸ ਲਈ ਆਦਰ ਦਾ ਕਾਰਨ ਬਣਦੀਆਂ ਹਨ, ਪਰ ਮੂਰਖ ਆਪਣੀਆਂ ਗੱਲਾਂ ਨਾਲ ਝੂਠਾ ਠਹਿਰਦਾ ਹੈ। ਉਹ ਮੂਰਖਤਾ ਭਰੀਆਂ ਗੱਲਾਂ ਨਾਲ ਸ਼ੁਰੂ ਹੁੰਦਾ ਹੈ ਅਤੇ ਪਾਗਲਪੁਣੇ ਵਿੱਚ ਖਤਮ ਕਰਦਾ ਹੈ। ਮੂਰਖ ਲਗਾਤਾਰ ਗੱਲਾਂ ਕਰਦਾ ਜਾਂਦਾ ਹੈ। ਕੋਈ ਮਨੁੱਖ ਨਹੀਂ ਦੱਸ ਸਕਦਾ ਕਿ ਅੱਗੇ ਕੀ ਹੋਣ ਵਾਲਾ ਹੈ ਅਤੇ ਨਾ ਹੀ ਕੋਈ ਦੱਸ ਸਕਦਾ ਹੈ ਕਿ ਮੌਤ ਦੇ ਪਿੱਛੋਂ ਕੀ ਹੋਵੇਗਾ। ਮੂਰਖ ਇੰਨਾ ਰਾਹ ਵਿੱਚ ਥੱਕ ਜਾਂਦਾ ਹੈ ਕਿ ਉਸ ਨੂੰ ਸ਼ਹਿਰ ਦਾ ਰਾਹ ਹੀ ਭੁੱਲ ਜਾਂਦਾ ਹੈ। ਉਹ ਦੇਸ਼ ਜਿਸ ਦਾ ਰਾਜਾ ਬਾਲਕ ਉਮਰ ਦਾ ਹੁੰਦਾ ਹੈ ਅਤੇ ਜਿਸ ਦੇ ਅਧਿਕਾਰੀ ਭੋਗ ਵਿਲਾਸ ਵਿੱਚ ਰਾਤਾਂ ਗੁਜ਼ਾਰਦੇ ਹਨ, ਉਸ ਦਾ ਬੁਰਾ ਹਾਲ ਹੁੰਦਾ ਹੈ। ਪਰ ਉਹ ਦੇਸ਼ ਜਿਸ ਦਾ ਰਾਜਾ ਆਪ ਸੁਤੰਤਰਤਾ ਨਾਲ ਫੈਸਲੇ ਕਰਦਾ, ਜਿਸ ਦੇ ਅਧਿਕਾਰੀ ਸਮੇਂ ਸਿਰ ਖਾਂਦੇ ਅਤੇ ਆਪਣੇ ਉੱਤੇ ਕਾਬੂ ਰੱਖਦੇ ਹਨ, ਖੁਸ਼ਹਾਲ ਰਹਿੰਦਾ ਹੈ। ਜੋ ਮਨੁੱਖ ਬਹੁਤ ਆਲਸੀ ਹੁੰਦਾ ਹੈ ਅਤੇ ਆਪਣੇ ਘਰ ਦੀ ਮੁਰੰਮਤ ਨਹੀਂ ਕਰਦਾ, ਉਸ ਦਾ ਘਰ ਚੋਂਦਾ ਹੈ ਅਤੇ ਅੰਤ ਉਹ ਡਿੱਗ ਪੈਂਦਾ ਹੈ। ਭੋਜ ਤੈਨੂੰ ਖੁਸ਼ੀ ਦਿੰਦੇ ਹਨ ਅਤੇ ਦਾਖਸਾਰ ਪੀ ਕੇ ਤੂੰ ਆਨੰਦਿਤ ਹੁੰਦਾ ਹੈ, ਪਰ ਇਹ ਦੋਵੇਂ ਚੀਜ਼ਾਂ ਧਨ ਹੋਣ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦੀਆਂ ਹਨ। ਰਾਜਾ ਨੂੰ ਤੂੰ ਆਪਣੇ ਦਿਲ ਵਿੱਚ ਵੀ ਬੁਰਾ ਨਾ ਕਹਿ ਅਤੇ ਅਮੀਰ ਆਦਮੀ ਨੂੰ ਆਪਣੀ ਕੋਠੜੀ ਵਿੱਚ ਵੀ ਬੁਰਾ ਨਾ ਕਹਿ, ਕਿਉਂਕਿ ਹੋ ਸਕਦਾ ਹੈ ਕਿ ਹਵਾ ਦੇ ਪੰਛੀ ਜਾ ਕੇ ਉਹਨਾਂ ਨੂੰ ਦੱਸਣ। ਉਪਦੇਸ਼ਕ ਦੀ ਪੋਥੀ ਅਧਿਆਇ 11। ਬੁੱਧੀਮਾਨ ਮਨੁੱਖ ਕੀ ਕਰ ਸਕਦਾ ਹੈ? ਤੂੰ ਆਪਣਾ ਧਨ ਪਰਦੇਸ ਵਿੱਚ ਵਪਾਰ ਵਿੱਚ ਲਾ, ਇੱਕ ਦਿਨ ਤੂੰ ਜ਼ਰੂਰ ਲਾਭ ਪ੍ਰਾਪਤ ਕਰੇਗਾ। ਤੂੰ ਆਪਣਾ ਧਨ 7 ਨਹੀਂ ਬਲਕਿ 8 ਵੱਖ-ਵੱਖ ਥਾਵਾਂ ਉੱਤੇ ਵਪਾਰ ਕਰਨ ਲਈ ਖਰਚ ਕਰ, ਕਿਉਂਕਿ ਤੂੰ ਨਹੀਂ ਜਾਣਦਾ ਕਿ ਇਸ ਸੰਸਾਰ ਵਿੱਚ ਕਿਸ ਤਰ੍ਹਾਂ ਦੀ ਵਿਪਤਾ ਆ ਸਕਦੀ ਹੈ। ਜੇਕਰ ਬੱਦਲ ਪਾਣੀ ਨਾਲ ਭਰੇ ਹੋਏ ਹਨ ਤਾਂ ਧਰਤੀ ਉੱਤੇ ਮੀਂਹ ਜ਼ਰੂਰ ਪਵੇਗਾ। ਰੁੱਖ ਚਾਹੇ ਕਿਸੇ ਪਾਸੇ ਵੀ ਡਿੱਗੇ, ਦੱਖਣ ਵੱਲ ਜਾਂ ਉੱਤਰ ਵੱਲ, ਪਰ ਉਹ ਜਿੱਥੇ ਡਿੱਗੇਗਾ ਉੱਥੇ ਹੀ ਪਿਆ ਰਹੇਗਾ। ਜੇਕਰ ਤੂੰ ਹਵਾ ਦੇ ਰੁਕਣ ਅਤੇ ਬੱਦਲਾਂ ਦੇ ਆਉਣ ਦੀ ਉਡੀਕ ਕਰਦਾ ਰਹਿੰਦਾ ਹੈ ਤਾਂ ਤੂੰ ਕਦੇ ਵੀ ਬਿਜਾਈ ਨਹੀਂ ਕਰ ਸਕੇਗਾ ਅਤੇ ਨਾ ਹੀ ਫਸਲ ਕੱਟੇਗਾ। ਪਰਮੇਸ਼ਰ ਨੇ ਹਰ ਚੀਜ਼ ਪੈਦਾ ਕੀਤੀ ਹੈ ਅਤੇ ਤੂੰ ਉਸ ਦੇ ਕੰਮਾਂ ਨੂੰ ਕਦੇ ਵੀ ਨਹੀਂ ਸਮਝ ਸਕਦਾ ਹੈ। ਕੀ ਤੂੰ ਸਮਝ ਸਕਦਾ ਹੈ ਕਿ ਔਰਤ ਦੀ ਕੁੱਖ ਵਿੱਚ ਬੱਚੇ ਵਿੱਚ ਪ੍ਰਾਣ ਕਿਸ ਤਰ੍ਹਾਂ ਸ਼ੁਰੂ ਹੁੰਦੇ ਹਨ? ਤੂੰ ਸਵੇਰ ਵੇਲੇ ਵੀ ਬੀਜ ਅਤੇ ਤਰਕਾਲਾਂ ਵੇਲੇ ਵੀ, ਕਿਉਂਕਿ ਤੂੰ ਨਹੀਂ ਜਾਣਦਾ ਕਿ ਇਹਨਾਂ ਵਿੱਚੋਂ ਕਿਹੜਾ ਅਧਿਕ ਫਲਦਾਰ ਹੋਵੇਗਾ ਜਾਂ ਦੋਵੇਂ ਹੀ ਫਲਦਾਰ ਹੋਣਗੇ। ਚਾਨਣ ਚੰਗਾ ਲੱਗਦਾ ਹੈ ਅਤੇ ਦਿਨ ਦੀ ਲੋ ਨੂੰ ਮਾਣ ਸਕਣਾ ਕਿੰਨਾ ਹੀ ਸੁੰਦਰ ਹੈ।
ਆਪਣੇ ਜੀਵਨ ਦੇ ਹਰ ਸਾਲ ਲਈ ਧੰਨਵਾਦ ਕਰ, ਕਿਉਂਕਿ ਹੋ ਸਕਦਾ ਹੈ ਕਿ ਤੂੰ ਇੱਕ ਲੰਮੀ ਉਮਰ ਭੋਗੇ, ਪਰ ਇਹ ਯਾਦ ਰੱਖ ਕਿ ਹਨੇਰੇ ਦੇ ਦਿਨ ਵੀ ਬਹੁਤ ਹਨ। ਅੱਗੇ ਆਉਣ ਵਾਲਾ ਵੀ ਸਭ ਵਿਅਰਥ ਹੈ। ਨੌਜਵਾਨਾਂ ਦੇ ਲਈ ਸਲਾਹ। ਹੇ ਜਵਾਨ, ਤੂੰ ਆਪਣੀ ਜਵਾਨੀ ਵਿੱਚ ਮौज ਕਰ ਅਤੇ ਖੁਸ਼ ਰਹਿ। ਜੋ ਕੁਝ ਤੂੰ ਚਾਹੁੰਦਾ ਹੈ ਅਤੇ ਜੋ ਤੇਰੇ ਮਨ ਦੀ ਇੱਛਾ ਹੈ ਉਸ ਅਨੁਸਾਰ ਕਰ, ਪਰ ਤੂੰ ਇਹ ਯਾਦ ਰੱਖ ਕਿ ਪਰਮੇਸ਼ਰ ਤੇਰੇ ਹਰ ਕੀਤੇ ਕੰਮ ਦਾ ਨਿਆਂ ਕਰੇਗਾ। ਤੂੰ ਆਪਣੇ ਮਨ ਵਿੱਚੋਂ ਹਰ ਤਰ੍ਹਾਂ ਦੀ ਚਿੰਤਾ ਅਤੇ ਦੁੱਖ ਕੱਢ ਦੇ, ਕਿਉਂਕਿ ਤੇਰੀ ਇਹ ਜਵਾਨੀ ਅਤੇ ਅੱਗੇ ਆਉਣ ਵਾਲਾ ਬੁਢਾਪਾ ਵਿਅਰਥ ਹਨ। ਉਪਦੇਸ਼ਕ ਦੀ ਪੋਥੀ ਅਧਿਆਇ 12। ਹੇ ਜਵਾਨ, ਤੂੰ ਆਪਣੇ ਜਵਾਨੀ ਦੇ ਦਿਨਾਂ ਵਿੱਚ ਆਪਣੇ ਰਚਨਹਾਰੇ ਨੂੰ ਯਾਦ ਰੱਖ, ਨਹੀਂ ਤਾਂ ਇੱਕ ਭੈੜਾ ਸਮਾਂ ਆਵੇਗਾ ਜਦੋਂ ਤੂੰ ਕਹੇਗਾ ਮੈਨੂੰ ਇਸ ਜੀਵਨ ਦਾ ਕੋਈ ਲਾਭ ਨਹੀਂ ਹੈ। ਇਹ ਉਸ ਵੇਲੇ ਹੋਵੇਗਾ ਜਦੋਂ ਸੂਰਜ, ਚੰਦਰਮਾ ਅਤੇ ਤਾਰਿਆਂ ਦੀ ਲੋ ਤੇਰੇ ਲਈ ਧੁੰਦਲੀ ਹੋ ਜਾਵੇਗੀ ਅਤੇ ਮੀਂਹ ਪੈਣ ਦੇ ਪਿੱਛੋਂ ਬੱਦਲ ਵਾਪਸ ਚਲੇ ਜਾਣਗੇ। ਉਸ ਸਮੇਂ ਤੇਰੀਆਂ ਬਾਹਾਂ ਜੋ ਅੱਜ ਤੇਰੀ ਰੱਖਿਆ ਕਰਦੀਆਂ ਹਨ ਕੰਬਣਗੀਆਂ, ਤੇਰੀਆਂ ਮਜ਼ਬੂਤ ਲੱਤਾਂ ਕਮਜ਼ੋਰ ਹੋ ਜਾਣਗੀਆਂ, ਤੇਰੇ ਦੰਦ ਭੋਜਨ ਨਹੀਂ ਚਿੱਥ ਸਕਣਗੇ ਅਤੇ ਤੇਰੀਆਂ ਅੱਖਾਂ ਸਾਫ਼-ਸਾਫ਼ ਨਾ ਦੇਖ ਸਕਣਗੀਆਂ। ਤਦ ਤੇਰੇ ਕੰਨ ਗਲੀ ਦਾ ਰੌਲਾ ਨਹੀਂ ਸੁਣ ਸਕਣਗੇ। ਤੂੰ ਦਾਣਿਆਂ ਦੀ ਚੱਕੀ ਦੀ ਆਵਾਜ਼ ਬਹੁਤ ਹੌਲੀ ਸੁਣੇਗਾ। ਤੇਰੀ ਨੀਂਦ ਪੰਛੀਆਂ ਦੀ ਆਵਾਜ਼ ਨਾਲ ਟੁੱਟ ਜਾਵੇਗੀ ਅਤੇ ਤੂੰ ਉੱਚੀ ਨਹੀਂ ਬੋਲ ਸਕੇਗਾ। ਤੂੰ ਉੱਚੀ ਥਾਂ ਤੇ ਜਾਣ ਤੋਂ ਡਰੇਗਾ ਅਤੇ ਚੱਲਣਾ ਤੇਰੇ ਲਈ ਖਤਰਨਾਕ ਹੋਵੇਗਾ। ਤੇਰੇ ਵਾਲ ਚਿੱਟੇ ਹੋ ਜਾਣਗੇ, ਤੇਰੇ ਲਈ ਆਪਣੇ ਆਪ ਨੂੰ ਅੱਗੇ ਹੋਣਾ ਕਠਿਨ ਹੋ ਜਾਵੇਗਾ ਅਤੇ ਤੇਰੀਆਂ ਸਭ ਇੱਛਾਵਾਂ ਮਰ ਜਾਣਗੀਆਂ। ਤਦ ਤੂੰ ਆਪਣੀ ਅੰਤਮ ਥਾਂ ਉੱਤੇ ਜਾਵੇਂਗਾ ਅਤੇ ਗਲੀਆਂ ਵਿੱਚ ਤੇਰੇ ਲਈ ਸੋਹ ਕੀਤਾ ਜਾਵੇਗਾ। ਚਾਂਦੀ ਦੀ ਡੋਰ ਟੁੱਟ ਜਾਵੇਗੀ, ਸੋਨੇ ਦਾ ਪਿਆਲਾ ਭੱਜ ਜਾਵੇਗਾ, ਚਸ਼ਮੇ ਕੋਲ ਘੜਾ ਟੁੱਟ ਜਾਵੇਗਾ ਅਤੇ ਖੂਹ ਵਿੱਚ ਲੱਜ ਟੁੱਟ ਜਾਵੇਗੀ। ਤਦ ਸਾਡਾ ਸਰੀਰ ਮਿੱਟੀ ਵਿੱਚ ਮਿਲ ਜਾਵੇਗਾ ਜਿਸ ਦਾ ਇਹ ਬਣਿਆ ਸੀ ਅਤੇ ਆਤਮਾ ਵਾਪਸ ਪਰਮੇਸ਼ਰ ਕੋਲ ਚਲੀ ਜਾਵੇਗੀ ਜਿੱਥੋਂ ਇਹ ਨਿਕਲੀ ਸੀ, ਜਿਸ ਨੇ ਇਹ ਦਿੱਤੀ ਸੀ। ਇਹ ਸਭ ਵਿਅਰਥ ਹੈ। ਉਪਦੇਸ਼ਕ ਦਾ ਕਹਿਣਾ ਹੈ, ਹਾਂ, ਸਭ ਵਿਅਰਥ ਹੈ। ਸਾਰ। ਉਪਦੇਸ਼ਕ ਆਪ ਬੁੱਧੀਮਾਨ ਸੀ, ਇਸ ਲਈ ਉਹ ਆਪ ਜੋ ਕੁਝ ਜਾਣਦਾ ਸੀ ਉਹੀ ਲੋਕਾਂ ਨੂੰ ਵੀ ਸਿਖਾਉਂਦਾ ਰਿਹਾ। ਉਸ ਨੇ ਆਪਣੀਆਂ ਕਹਾਵਤਾਂ ਦਾ ਅਧਿਐਨ ਕੀਤਾ ਅਤੇ ਉਹਨਾਂ ਦੇ ਸੱਤ ਨੂੰ ਪਰਖਿਆ ਵੀ। ਉਸ ਨੇ ਸੁੰਦਰ ਸ਼ਬਦਾਂ ਦੀ ਖੋਜ ਕੀਤੀ ਅਤੇ ਸੱਤ ਨਾਲ ਭਰਪੂਰ ਸ਼ਬਦ ਲਿਖੇ। ਬੁੱਧੀਮਾਨ ਦੀਆਂ ਗੱਲਾਂ ਤਿੱਖੇ ਸਿਰੇ ਵਾਲੀ ਸੋਟੀ ਵਾਂਗ ਹਨ, ਜਿਸ ਦੀ ਵਰਤੋਂ ਚਰਵਾਹਾ ਆਪਣੀਆਂ ਭੇਡਾਂ ਦੀ ਅਗਵਾਈ ਕਰਨ ਲਈ ਕਰਦਾ ਹੈ, ਅਤੇ ਇਕੱਠੀਆਂ ਕੀਤੀਆਂ ਕਹਾਵਤਾਂ ਉਹਨਾਂ ਕਿੱਲਾਂ ਵਾਂਗ ਪੱਕੀਆਂ ਅਮਰ ਹਨ ਜੋ ਪੱਕੀ ਤਰ੍ਹਾਂ ਠੋਕੇ ਗਏ ਹਨ। ਉਹ ਪਰਮੇਸ਼ਰ ਅਰਥਾਤ ਇੱਕ ਮੂਲ ਚਰਵਾਹੇ ਦੁਆਰਾ ਲਿਖੀਆਂ ਗਈਆਂ ਹਨ। ਮੇਰੇ ਪੁੱਤਰ, ਇਹਨਾਂ ਤੋਂ ਇਲਾਵਾ ਹੋਰ ਵੀ ਸਿੱਖਿਆਵਾਂ ਹਨ ਜਿਨ੍ਹਾਂ ਤੋਂ ਤੂੰ ਸਾਵਧਾਨ ਰਹਿਣਾ। ਪੁਸਤਕਾਂ ਲਿਖਣ ਦਾ ਕੋਈ ਅੰਤ ਨਹੀਂ ਹੈ ਅਤੇ ਬਹੁਤ ਪੜ੍ਹਨਾ ਸਰੀਰ ਨੂੰ ਥਕਾ ਦਿੰਦਾ ਹੈ। ਅੰਤ ਵਿੱਚ ਇਸ ਸਭ ਦਾ ਸਾਰ ਕੇਵਲ ਇੱਕ ਹੀ ਹੈ, ਪਰਮੇਸ਼ਰ ਤੋਂ ਡਰੋ ਅਤੇ ਉਸ ਦੀਆਂ ਆਗਿਆਵਾਂ ਦੀ ਪਾਲਣਾ ਕਰੋ, ਕਿਉਂਕਿ ਕੇਵਲ ਇਸੇ ਉਦੇਸ਼ ਦੀ ਪੂਰਤੀ ਲਈ ਮਨੁੱਖ ਰਚਿਆ ਗਿਆ ਸੀ। ਪਰਮੇਸ਼ਰ ਸਾਡੇ ਹਰ ਕੰਮ ਦਾ ਨਿਆਂ ਕਰੇਗਾ, ਚਾਹੇ ਉਹ ਭਲਾ ਹੋਵੇ ਜਾਂ ਬੁਰਾ, ਇੱਥੋਂ ਤੱਕ ਕਿ ਸਾਡੀਆਂ ਗੁਪਤ ਗੱਲਾਂ ਦਾ ਵੀ ਉਹ ਨਿਆਂ ਕਰੇਗਾ।